ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ ਅਲਬਰਟਾ ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਣੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ, ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 360 652 6066। ਇਹ 2 ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੌਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੌਸਟ ਹਿਲਸ। ਫੋਨ ਨੰਬਰ 661 797 2354। ਸੋ ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਤੇ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਜੁੜੇ ਹੋਏ ਹੋ। ਅਕਾਲ ਟਰੱਕ ਐਂਡ ਟ੍ਰੇਲਰ ਆਪਣੀ ਨਵੀਂ ਲੋਕੇਸ਼ਨ 82 ਰੇਨਮ ਡਰਾਈਵ, ਫਾਰਮਰਸ ਰੋਡ, ਵਿਨੀਪੈਗ, ਮੈਨੀਟੋਬਾ ਦੇ ਵਿੱਚ ਸ਼ਿਫਟ ਹੋ ਗਏ ਨੇ। ਇੱਥੇ ਹੁਣ ਆਪਣਾ ਬਿਜ਼ਨਸ ਸ਼ੁਰੂ ਹੋ ਗਿਆ ਜੀ। ਇੱਥੇ ਤੁਹਾਡੇ ਸੈਮੀਜ਼ ਦੇ ਲਈ ਜਿੱਥੇ ਪਾਰਕਿੰਗ ਦੀ ਸਹੂਲਤ ਉਪਲਬਧ ਹੈ, ਵਾਸ਼ ਅਤੇ ਕੁਇਕ ਟਰੱਕ ਲੀਵ ਦੀ ਵੀ ਸਹੂਲਤ ਉਪਲਬਧ ਕਰਾ ਦਿੱਤੀ ਗਈ ਹੈ। ਬਲਤੇਜ ਪਨੇਸਰ ਹੋਰਾਂ ਨਾਲ 2044592000 'ਤੇ ਕਾਲ ਕਰ ਸਕਦੇ ਹੋ। ਬੇਕਰਸਫੀਲਡ ਏਰੀਆ ਦੇ ਵਿੱਚ ਬਿਜਲੀ ਦੇ ਬਿੱਲਾਂ ਤੋਂ ਨਿਜਾਤ ਪਾਉਣ ਦੇ ਲਈ ਸੰਪਰਕ ਕਰੋ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 'ਤੇ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਆਪਾਂ ਵੀ ਗੱਲਬਾਤ ਕੀਤੀ ਸੀ। ਬੰਗਾਲ ਹੱਥ ਉੱਚਾ ਰੱਖਿਆ ਸੀ, ਆਪਾਂ ਕਹਿੰਦੇ ਸੀ ਵੀ ਹੱਥ ਉੱਚਾ ਹੈ, ਪਰ ਇੰਨਾ ਵੀ ਹੱਥ ਉੱਚਾ ਨਹੀਂ ਸੀ ਸੋਚਿਆ ਜਿਸ ਢੰਗ ਦੇ ਨਾਲ ਭਾਰਤ ਦਾ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮੰਤਰੀ ਮੰਡਲ, ਮੁੱਖ ਮੰਤਰੀ ਉੱਥੇ ਲੱਗੇ ਸੀ। 8 ਪੜਾਵਾਂ ਦੇ ਵਿੱਚ ਚੋਣਾਂ ਕੀਤੀਆਂ ਸੀ। ਬਾਜੀ ਮਾਰ ਗਈ ਦੀਦੀ ਉਹ ਦੀਦੀ, ਵਾਕਿਆ ਹੀ ਦੀਦੀ ਉਹ ਦੀਦੀ, ਪਰ ਖੁਦ ਦੀਦੀ ਹਾਰ ਗਈ। ਦੇਖੋ ਦਾਨੇਲੀਆ ਸਾਹਿਬ, ਆਪਾਂ ਜਿਹੜੀ ਗੱਲ ਕੀਤੀ ਸੀ, ਆਪਾਂ ਕੀਤੀ ਸੀ ਚੋਣਾਂ ਦੇ ਜਿਹੜੇ ਐਗਜ਼ਿਟ ਪੋਲ ਆਏ ਸੀ ਜੀ। ਐਗਜ਼ਿਟ ਪੋਲ ਵਾਲਿਆਂ ਨੇ ਜੋ ਕੁਝ ਕਿਹਾ ਸੀ, ਆਪਾਂ ਉਹਦੇ 'ਚ ਇਹ ਗੱਲ ਕਹਿਤੀ ਸੀ ਕਿ ਹੱਥ ਉੱਤੇ
ਕੋਈ ਕਹੀ ਜਾਂਦਾ ਸੀ ਬਰਾਬਰ ਦੀ ਟੱਕਰ ਹੈ, ਕੋਈ ਕਹਿੰਦਾ ਸੀ ਥੋੜੀ ਜੀ ਇਹ ਉੱਪਰ ਹੈ, ਇੱਕ ਦੋਆਂ ਨੇ ਇਹ ਵੀ ਕਹਿ ਦਿੱਤਾ ਸੀ ਜੀ ਬੀਜੇਪੀ ਦਾ ਹੱਥ ਉੱਪਰ ਹੈ। ਆਪਣੇ ਕੋਲੇ ਜੋ ਇਨਫੋਰਮੇਸ਼ਨ ਆ ਰਹੀ ਸੀ, ਕਿਉਂਕਿ ਬੰਗਾਲ ਨਾ ਤੁਸੀਂ ਗਏ ਹੋ ਨਾ ਮੈਂ ਗਿਆ, ਬਿਲਕੁਲ ਆਪਣੇ ਕੋਲ ਜਿਹੜੀ ਇਨਫੋਰਮੇਸ਼ਨ ਆ ਰਹੀ ਸੀ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਸੀ, ਸੱਜਣ ਮਿੱਤਰ ਜਿਹੜੇ ਉੱਥੇ ਗਏ ਸੀ ਉਹਨਾਂ ਦੇ ਨਾਲ ਤਾਲਮੇਲ ਹੁੰਦਾ ਸੀ ਤੇ ਉਹ ਦੱਸਦੇ ਸੀ ਕਿ ਹੱਥ ਵਾਹਵਾ ਉੱਚਾ ਹੈ। ਸੋ ਅਸੀਂ ਮੂੰਹ ਟੱਡੀਏ ਜ਼ਿਆਦਾ ਤੇ ਫਿਰ ਉਹਦੇ 'ਚ ਮੱਖੀਆਂ ਪੈਣੇ ਗੱਲ ਚਾਹੁੰਦੇ ਨਹੀਂ। ਜੇ ਆਪਾਂ ਉਦੋਂ ਕਹਿੰਦੇ ਕਿ ਬੀਬੀ ਬਹੁਤ ਵੱਡੇ ਫਰਕ ਨਾਲ ਜਿੱਤੂਗੀ ਤੇ ਕਈ ਵਾਰੀ ਫਿਰ ਇਹ ਵੀ ਇਲਜ਼ਾਮ ਲੱਗ ਜਾਂਦਾ ਵੀ ਇਹ ਤਾਂ ਇੱਕ ਕਿਸਮ ਦੀ ਜਿਹੜੀ ਹੈਗੀ ਆ ਉਹਦੀ ਚੋਣ ਕੰਪੇਨ ਹੀ ਕਰ ਰਹੇ ਨੇ। ਬਿਲਕੁਲ। ਸੋ ਆਪਾਂ ਇਹ ਕਹਿੰਦਾ ਸੀ ਕਿ ਹੱਥ ਬੀਬੀ ਦਾ ਉੱਪਰ ਹੈ ਤੇ ਬੀਬੀ ਕੁਛ ਨਾ ਕੁਛ ਕਰ ਸਕਦੀ ਹੈ। ਹੁਣ ਹੱਥ ਉੱਪਰ ਦੇ ਨਾਲ ਇਹ ਦੇਖੀਏ, ਤੁਸੀਂ ਕਿਹਾ ਜੀ ਗ੍ਰਹਿ ਮੰਤਰੀ, ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਨਹੀਂ, 30 ਦੇ ਕਰੀਬ ਕੇਂਦਰੀ ਲੀਡਰ, 5 ਲੱਖ RSS ਦਾ ਵਰਕਰ, 5 ਲੱਖ ਵਰਕਰ ਸਾਰੇ ਦੇਸ਼ ਦੇ ਵਿੱਚੋਂ ਜਿਹੜਾ ਪੰਨਾ ਪ੍ਰਮੁੱਖ ਬਣਾਏ ਹੁੰਦੇ ਇਹਨਾਂ ਨੇ ਕਿ ਇੱਕ ਜਿਹੜੀ ਹੈਗੀ ਹੈ ਵੋਟਰ ਲਿਸਟ ਚੱਕ ਲਓ। ਵੋਟਰ ਲਿਸਟ ਦਾ ਇੱਕ ਪੇਜ ਹੈ, ਹਿੰਦੀ 'ਚ ਇਹਨੂੰ ਕਹਿੰਦੇ ਆ ਪੰਨਾ। ਹਾਂ ਬਿਲਕੁਲ, ਪੰਨਾ। ਉਹਦੇ ਤੇ ਇਹਨਾਂ ਨੇ ਥੱਲੇ ਪੰਜਾਬੀ 'ਚ ਵਰਕਾ ਪੰਜਾਬੀ 'ਚ ਕਹਿੰਦੇ ਨੇ ਪੰਨਾ ਪ੍ਰਮੁੱਖ ਬਣਵਾਏ ਵੀ। ਪੰਨਾ ਪ੍ਰਮੁੱਖ ਕਿਉਂਕਿ ਬੰਗਾਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਜਥੇਬੰਦਕ ਢਾਂਚਾ ਉਹ ਬਹੁਤਾ ਨਹੀਂ ਹੈ ਨੀਗਾ, ਬਿਲਕੁਲ ਨਹੀਂ। ਔਰ ਇਹਦੇ ਵਾਸਤੇ ਫਿਰ RSS ਦੇ ਮੈਂਬਰਾਂ ਦੀ ਡਿਊਟੀ ਲਾਈ ਸੀ, ਕਿਉਂਕਿ ਨਰਿੰਦਰ ਮੋਦੀ ਤੋਂ ਲੈ ਕੇ RSS ਤੱਕ ਇਹ ਚਾਹੁੰਦੇ ਸੀ ਕਿ ਆਪਣੇ ਉਹ ਜਿਹੜਾ ਇਹਨਾਂ ਦੇ ਮੁਖਰਜੀ ਸੀ, ਸ਼ਿਆਮਾ ਪ੍ਰਸਾਦ ਮੁਖਰਜੀ, ਉਹਦੇ ਸੂਬੇ ਦੇ ਵਿੱਚ ਅਸੀਂ ਨਾ ਉੱਥੇ ਮਤਲਬ ਜਿਹੜਾ ਆਪਣਾ ਝੰਡਾ ਬੁਲੰਦ ਕਰਨਾ, ਉੱਥੇ ਕਮਲ ਦਾ ਨਿਸ਼ਾਨ ਲਹਿਰਾਉਣੇ। ਉਹ ਤੋਂ ਪਹਿਲਾਂ ਇਹ ਲੜਾਈ ਇੱਕ ਦਿਨ ਦੀ ਨਹੀਂ, 8 ਪੜਾਅ ਤਾਂ ਹੋਣਾਗੇ ਨਾ ਇਲੈਕਸ਼ਨ ਦੇ। 8 ਪੜਾਵਾਂ ਤੋਂ ਪਹਿਲਾਂ ਡੇ 1 ਤੋਂ 2014 ਤੋਂ ਜਦੋਂ ਨਰਿੰਦਰ ਮੋਦੀ ਸਾਹਿਬ ਪਾਵਰ 'ਚ ਆਏ ਹੈ, 2 ਸਾਲ ਤਾਂ ਉਹਨਾਂ ਨੂੰ ਸੰਭਲ ਤੇ ਲੱਗ ਗਏ। 16 ਦੇ ਵਿੱਚ ਹੁੰਦੀ ਹੈ ਚੋਣ, 16 ਤੋਂ ਲੈ ਕੇ ਤੇ 21 ਆ ਗਿਆ। ਪਿਛਲੇ 5 ਸਾਲਾਂ ਤੋਂ ਭਾਰਤੀ ਜਨਤਾ ਪਾਰਟੀ ਦਾ ਸਾਰਾ ਜ਼ੋਰ ਕਿਸ ਗੱਲ ਤੇ ਲੱਗਿਆ ਸੀ? ਬੰਗਾਲ ਜਿੱਤਣ, ਕਿ ਮਮਤਾ ਬੈਨਰਜੀ ਨੂੰ ਕਮਜ਼ੋਰ ਕੀਤਾ ਜਾਵੇ, ਉਹਦੀਆਂ ਜਿਹੜੀਆਂ ਹੈਗੀਆਂ ਸੱਜੀਆਂ ਖੱਬੀਆਂ ਬਾਹਾਂ ਉਹ ਲਾਈਆਂ ਜਾਣ। ਔਰ ਫਿਰ ਤੁਸੀਂ ਸ਼ਾਰਦਾ ਚਿੱਟ ਫੰਡ ਘੁਟਾਲਾ, ਨਾਰ ਦਾ ਚਿੱਟ ਫੰਡ ਘੁਟਾਲਾ, ਪਤਾ ਨਹੀਂ ਕਿਸ ਕਿਸਮ ਦੇ ਬੰਦੇ ਕਿੰਨੇ ਚੱਕੇ ਉੱਥੋਂ, ਕਿੰਨੇ MP ਤੋੜੇ। ਜਿਹੜਾ ਸਿਰਕੱਢ ਲੀਡਰ ਹੁੰਦਾ ਸੀ ਉਸ ਨੂੰ ਕਹਿੰਦੇ ਆਲਾ। ਤੇ ਫਿਰ ਕੀ ਹੈ, ਆਪਣੀ ਫੌਜਾਂ, ਏਜੰਸੀਆਂ ਦੀਆਂ ਫੌਜਾਂ, ਇਨਕਮ ਟੈਕਸ, ED, CBI, NIA, ਉਹ ਕਿਹੜੀ ਫੋਰਸ ਹੈ ਜਿਹੜੀ ਮਗਰ ਲਾਈ ਨਹੀਂ? ਲਾ ਦਿਓ ਮਗਰ, ਤੇ ਮਗਰ ਲਾ ਕੇ ਉਹਦੇ 'ਚ ਕੱਲੇ ਬੰਦੇ ਨੂੰ ਤੋੜ ਕੇ, ਡਰਾ ਕੇ, ਧਮਕਾ ਕੇ, ਪਰਚੇ ਦੇ ਕੇ ਤੇ ਉਹਨਾਂ ਨੂੰ ਕਿ ਰਲੋ BJP। ਇੱਥੋਂ ਤੱਕ ਕਿ ਦੇਖੋ ਪ੍ਰੋਗਰਾਮ ਹੋਵੇ ਕੌਮੀ ਦੇ ਵਿੱਚ ਜੈ ਸ਼੍ਰੀ ਰਾਮ ਦੇ ਨਾਅਰੇ ਲਵਾਉਣੇ ਤੇ ਮਮਤਾ ਨੂੰ ਉੱਥੇ ਜਲੀਲ ਕਰਨਾ। ਇਹੀ ਨਹੀਂ, ਕੱਲੇ ਲੀਡਰ ਨਹੀਂ ਤੋੜੇ, ਲੀਡਰ ਤੋੜ ਕੇ ਭਾਰਤੀ ਜਨਤਾ ਪਾਰਟੀ 'ਚ ਨਹੀਂ ਰਲਾਏ, ਮਮਤਾ ਬੈਨਰਜੀ ਦੇ ਘਰ ਤੱਕ ਪਹੁੰਚ ਗਏ। ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ, ਉਹਦੀ ਵਾਈਫ ਨੂੰ ਜਾ ਕੇ ਇੰਟਰੋਗੇਟ ਕੀਤਾ ਜੀ, ਏਜੰਸੀਆਂ ਨੇ ਇੰਟਰੋਗੇਟ ਕੀਤਾ। ਕੱਲੀ ਉਹਦੀ ਵਾਈਫ ਨੂੰ ਨਹੀਂ ਕੀਤਾ, ਉਹਦੀ ਵਾਈਫ ਦੀ ਭੈਣ ਨੂੰ ਕੀਤਾ, ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ। ਇੰਨਾ ਕਾਫੀ ਤੰਗ ਕਰਤਾ ਸੀ ਕਿ ਇਹ ਬੀਬੀ ਨੂੰ ਹਰਾਉਣਾ ਹੈ। ਤੇ 30 ਦੇ ਕਰੀਬ ਜਿਹੜੇ ਹੈਗੇ ਆ ਜੀ ਫਿਰ ਕੇਂਦਰੀ ਵਜ਼ੀਰ ਉੱਥੇ ਲਾਤੇ। ਫਿਰ ਇਹਨਾਂ ਦੇ ਵਿੱਚੋਂ ਪੱਟ ਕੇ ਬੰਦਿਆਂ ਨੂੰ, ਰਾਜ ਸਭਾ ਦੇ ਮੈਂਬਰਾਂ ਨੂੰ ਪੱਟ ਕੇ, ਲੋਕ ਸਭਾ ਦੇ ਮੈਂਬਰਾਂ ਨੂੰ ਪੱਟ ਕੇ, MLA ਨੂੰ ਪੱਟ ਕੇ, ਅਸਤੀਫੇ ਦਵਾ ਕੇ, ਨਾਲ ਰਲਾ ਕੇ ਫਿਰ ਉਹਨਾਂ ਨੂੰ ਕੇਂਦਰ ਦੇ ਵਿੱਚ ਵਜ਼ੀਰ ਬਣਾਉਣਾ, ਉਹਨਾਂ ਨੂੰ ਮੋਰ ਪਾਵਰਫੁਲ ਕਰਕੇ ਤੇ ਉਹਨਾਂ ਨੂੰ ਛੱਡਣਾ ਵੀ ਜਾਓ ਤੁਸੀਂ। ਫਿਰ ਹੁਣ ਮਮਤਾ ਦੀਦੀ ਨਾਲ ਗੱਲ ਕਰਦੇ, ਜਿਹੜੀ ਗੱਲ ਕੀਤੀ ਹੈ ਤੁਸੀਂ, ਦੀਦੀ ਉਹ ਦੀਦੀ, ਇਹ ਤਾਂ ਰਿਦਮ ਦੇ ਵਿੱਚ ਗਾਣਾ ਗਾਉਣ ਲੱਗ ਜਾਂਦਾ ਹੁੰਦਾ ਸੀ ਪ੍ਰਧਾਨ ਮੰਤਰੀ। ਮੈਨੂੰ ਪ੍ਰਧਾਨ ਮੰਤਰੀ ਸਾਹਿਬ ਕਹਿਣ ਦੀ ਬਜਾਏ ਇਹ ਕਹਿਣਾ ਪੈ ਰਿਹਾ ਕਿ ਪ੍ਰਧਾਨ ਮੰਤਰੀ ਗਾਣੇ ਗਾਉਣ ਲੱਗ ਜਾਂਦਾ ਸਿੰਗਲ ਵਚਨ ਨਾਲ ਐਡਰੈਸ ਕਰਨਾ ਪੈ ਰਿਹਾ ਬਹੁ ਵਚਨ ਦੀ ਖਾਤਰ, ਕਿਉਂਕਿ ਕਰਤੂਤ ਹੀ ਇਹੋ ਜਿਹੀ ਸੀ। ਇੱਕ ਸਿੰਗਲ ਲੇਡੀ ਜਿਹਦੇ ਕੋਲੇ ਕੋਈ ਸਟਾਰ ਪ੍ਰਚਾਰਕ ਨਹੀਂ, ਹਵਾਈ ਚੱਪਲਾਂ ਵਾਲੀ, ਸਿੰਪਲ ਸਾੜੀ ਵਾਲੀ, ਔਰ ਉਹਦੇ ਖਿਲਾਫ ਇੰਨੀਆਂ ਫੌਜਾਂ ਲਾਤੀਆਂ। ਔਰ ਅਗਲੀ ਗੱਲ ਦੇਖੋ, ਆਮ ਤੌਰ 'ਤੇ ਆਪਾਂ ਦੇਖਦੇ ਹਾਂ ਇਲੈਕਸ਼ਨ ਪੰਜਾਬ 'ਚ ਵੀ ਹੁੰਦੇ, ਜਦੋਂ ਇਲੈਕਸ਼ਨ ਹੁੰਦੇ ਆ ਫੋਰਸ ਜਿਹੜੀ ਲੱਗਦੀ ਹੈ, 2 ਕਿਸਮ ਦੀ ਫੋਰਸ ਲੱਗਦੀ ਹੁੰਦੀ ਹੈ। ਇੱਕ ਹੁੰਦੀ ਹੈ ਸਟੇਟ ਦੀ ਪੁਲਿਸ, ਮਸਲਨ ਪੰਜਾਬ ਦੀ ਪੁਲਿਸ, ਇੱਕ ਹੁੰਦੀ ਹੈ ਇਮਦਾਦੀ ਫੋਰਸ, ਦੂਜੀਆਂ ਸਟੇਟਾਂ ਦੀ ਪੁਲਿਸ, ਜਿਵੇਂ ਹੁਣ ਬਾਹਰਲੇ ਰਾਜਾਂ 'ਚ ਹੁੰਦੀ ਹੈ PAP ਜਾਂਦੀ ਹੈ, ਜਿਵੇਂ ਆਪਣੀ PAP ਤੇ ਹੋਮਗਾਰਡ ਜਾਂਦੀ ਹੈ, PAP ਜਾਂਦੀ ਹੈ, ਹੋਮਗਾਰਡ ਜਾਂਦੀ ਹੈ। ਕਈ ਵਾਰੀ ਸਾਡੇ ਦੂਜੇ ਅਫਸਰ ਵੀ ਜਾਂਦੇ, ਉਹ ਤਾਂ ਜਾਂਦੇ ਹੀ ਜਾਂਦੇ, ਸੀਨੀਅਰ ਅਫਸਰ ਵੀ ਜਾਂਦੇ, ਸਿਵਲ ਵਾਲੇ ਵੀ ਜਾਂਦੇ, ਪੁਲਿਸ ਦੇ ਅਫਸਰ ਵੀ ਜਾਂਦੇ ਨਾਲ। ਇੱਦਾਂ ਹੀ ਤੁਸੀਂ ਦੇਖੋ ਕਿ ਸਾਡੇ ਵੀ ਆਉਂਦੇ ਆ। ਮੈਂ ਉਹ ਟਾਈਮ ਦੇਖਿਆ ਜਦੋਂ ਪੰਜਾਬ ਦਾ ਕਾਲਾ ਦੌਰ ਸੀ, 92 ਵਾਲੀਆਂ ਮੈਂ ਇਲੈਕਸ਼ਨਾਂ ਦੇਖੀਆਂ। 92 ਵਾਲੀਆਂ ਇਲੈਕਸ਼ਨਾਂ ਦੇ ਵਿੱਚ, 91 ਵਾਲੀਆਂ ਇਲੈਕਸ਼ਨਾਂ ਦੇ ਵਿੱਚ ਮੱਧ ਪ੍ਰਦੇਸ਼ ਦੀ ਪੁਲਿਸ ਇੱਥੇ ਲਾਈ ਹੁੰਦੀ ਸੀ। ਪਰ ਐਤਕੀ ਕੀ ਹੋਇਆ ਸੀ? ਐਤਕੀ ਹੋਇਆ ਕਿ ਸਟੇਟ ਪੁਲਿਸ ਦੀ ਬਜਾਏ
ਪਾਰਾਮਿਲਟਰੀ ਫੋਰਸਿਸ ਲਾਤੀਆਂ ਸੀ ਪਹਿਲੀਆਂ 'ਚ ਪਾਰਾਮਿਲਟਰੀ ਫੋਰਸਿਸ ਲਾਤੀਆਂ ਸੀ ਕਿ ਪਾਰਾਮਿਲਟਰੀ ਫੋਰਸਿਸ ਕੰਟਰੋਲ ਕਰਨਗੀਆਂ। ਤੇ ਫਿਰ ਤੁਹਾਨੂੰ ਯਾਦ ਹੋਣਾ ਹੈ ਇੱਕ ਪੋਲਿੰਗ ਸਟੇਸ਼ਨ ਦੇ ਉੱਤੇ ਗੋਲੀ ਚਲਾਈ ਪਾਰਾਮਿਲਟਰੀ ਫੋਰਸਿਸ ਨੇ, CISF ਵਾਲਿਆਂ ਨੇ। BSF CISF ਤੇ ਤੁਹਾਡੀ ਜਿਹੜੀ ਆ ਹੈਗੀ SSB ਤੇ ਸਾਰੀਆਂ ਲਾਤੀਆਂ, ਇੰਡੋ ਤਿਬਤਨ ਬਾਰਡਰ ਪੁਲਿਸ, ਸਾਰਾ ਕੁਝ ਹੀ ਲਾਤਾ। ਇਹਨਾਂ ਨੂੰ ਆਪਾਂ ਸਾਰਿਆਂ ਨੂੰ ਪਾਰਾਮਿਲਟਰੀ ਫੋਰਸਿਸ ਕਹੇ। CISF ਦੀ ਜਿਹੜੀ ਡਿਊਟੀ ਹੈ ਮੁੱਖ ਤੌਰ ਦੇ ਉੱਤੇ ਉਹ ਇੰਡਸਟਰੀ ਦੀ ਰਾਖੀ ਕਰਨੀ ਹੈ, ਹਵਾਈ ਅੱਡਿਆਂ ਦੀ ਰਾਖੀ ਕਰਨੀ ਹੈ। ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਸਿਵਲ ਡਿਊਟੀ ਦਾ, ਉਹਨਾਂ ਨੂੰ ਸਿਵਲ ਡਿਊਟੀ ਦੇ ਲਾਤੇ ਸੀ, 5 ਬੰਦੇ ਤਾਂ ਮਾਰਤੇ ਸੀ। ਇੰਨਾ ਕੁਛ ਕਰਨ ਦੇ ਬਾਵਜੂਦ ਸਾਰਾ ਫਿਰ ਇਲੈਕਸ਼ਨ ਕਮਿਸ਼ਨ ਤਾਂ ਇਲੈਕਸ਼ਨ ਕਮਿਸ਼ਨ ਰਿਹਾ ਹੀ ਨਹੀਂ ਨਾ। ਇਲੈਕਸ਼ਨ ਕਮਿਸ਼ਨ ਤਾਂ ਇਉਂ ਲੱਗਿਆ ਜਿਵੇਂ ਇਲੈਕਸ਼ਨ ਕਮਿਸ਼ਨ ਜਿਹੜਾ ਹੈਗਾ ਉਹ ਭਾਰਤੀ ਜਨਤਾ ਪਾਰਟੀ ਦੀ ਇੱਕ ਬ੍ਰਾਂਚ ਹੋਵੇ, ਇੱਕ ਸ਼ਾਖਾ ਹੋਵੇ। ਹੁਣ ਤੁਸੀਂ ਇਹ ਦੇਖੋ ਕਿ ਮਮਤਾ ਬੈਨਰਜੀ ਸਵੇਰੇ ਜਦੋਂ ਸ਼ੁਰੂ ਹੋਈ ਕਾਊਂਟਿੰਗ, ਸ਼ੁਭਿੰਦੂ ਅਧਿਕਾਰੀ ਜੀ ਵੱਧ ਰਿਹਾ। ਮੈਂ TV ਚੈਨਲ ਦੇਖ ਰਿਹਾ ਸੀ, ਨਾਲ ਕਈ ਪਾਸਿਆਂ ਤੋਂ ਨਿਗਾਹ ਸੀ, ਔਰ ਖਬਰਾਂ ਆ ਰਹੀਆਂ ਸੀ ਕਿ ਸ਼ੁਭਿੰਦੂ ਅਧਿਕਾਰੀ ਜਿੱਥੋਂ ਵੱਧ ਰਿਹਾ ਉਹ ਨੰਦੀਗ੍ਰਾਮ ਬਣ ਹੈ। ਨੰਦੀਗ੍ਰਾਮ ਬਣ ਦੇ ਵਿੱਚ ਜਿਹੜੀ ਹੈਗੀ ਜਿਵੇਂ ਇਹਨਾਂ ਨੇ ਕੀਤਾ ਹੋਇਆ ਸੀਗਾ, ਪੋਲਰਾਈਜੇਸ਼ਨ ਕੀਤੀ ਸੀ ਹਿੰਦੂ ਭਾਈਚਾਰੇ ਵਾਲੀ, ਉੱਥੇ ਵੱਡੀ ਬਹੁ ਗਿਣਤੀ ਹਿੰਦੂ ਭਾਈਚਾਰੇ ਦੀ ਸੀ। ਲੇਕਿਨ ਨੰਦੀਗ੍ਰਾਮ 2 ਹੈ ਜਿਹੜੀ, ਉਹਦੇ ਵਿੱਚ ਮੁਸਲਮਾਨਾਂ ਦਾ ਵੀ ਰੋਲ ਸੀ। ਔਰ ਉਹਨੇ ਕਿਹਾ ਕਿ ਜਦੋਂ ਨੰਦੀਗ੍ਰਾਮ 2 ਖੁੱਲੀ ਤੇ ਫਿਰ ਦੇਖਿਓ, ਫਿਰ ਨੰਦੀਗ੍ਰਾਮ ਜਦੋਂ 2 ਖੁੱਲੀ ਅੱਧ ਤੋਂ ਬਾਅਦ ਤੁਸੀਂ ਦੇਖੋ ਕਿ ਮਮਤਾ ਬੈਨਰਜੀ ਵੱਧਦੀ ਜਾਂਦੀ ਹੈ। ਇੱਕ ਵਾਰੀ ਮਮਤਾ ਬੈਨਰਜੀ ਦੀ ਲੀਡ ਵੀ 8,000 ਤੇ ਪਹੁੰਚ ਜਾਂਦੀ ਹੈ। ਤੇ ਫਿਰ ਜਿਹੜੇ ਹੈਗੇ ਆ 1200 ਤੇ 1 ਵੋਟਾਂ ਤੇ ਉਹਨੂੰ ਡਿਕਲੇਅਰ ਕਰ ਦਿੱਤਾ ਹੈ। ਹੁਣ ਵੀ ਤੁਸੀਂ ਇਲੈਕਸ਼ਨ ਉਹਨਾਂ ਨੇ ਮੰਗ ਕਰ ਲਈ ਇਲੈਕਸ਼ਨ ਕਮਿਸ਼ਨ ਦੀ ਜਿਹੜੀ ਵੈਬਸਾਈਟ ਦੇਖੋ, EVM ਦੀਆਂ ਮਸ਼ੀਨ ਜਿਹੜੀ EVM ਦੇ ਵਿੱਚੋਂ ਜਿਹੜੀਆਂ ਵੋਟਾਂ ਦੀ ਗਿਣਤੀ ਨਿਕਲੀ ਹੈ, ਅੱਜ ਵੀ ਮਮਤਾ ਬੈਨਰਜੀ ਦੀਆਂ ਵੋਟਾਂ ਦੀ ਗਿਣਤੀ ਜ਼ਿਆਦਾ ਹੈ। ਮਮਤਾ ਬੈਨਰਜੀ ਬੰਗਾਲੀਆਂ ਨੂੰ ਐਡਰੈਸ ਕਰ ਰਹੀ ਸੀ ਕਿਉਂਕਿ ਉਹਨੂੰ ਜਿੱਤ ਪ੍ਰਾਪਤ ਹੋ ਗਈ ਸੀ, ਤੇ ਉੱਥੇ ਖਬਰ ਆ ਗਈ ਨੰਦੀਗ੍ਰਾਮ ਤੋਂ ਤੈਨੂੰ ਹਰਾ ਰਹੇ ਹੈ, ਤੂੰ ਹਾਰ ਰਹੀ ਹੈ। ਉਹਨੇ ਇੱਕ ਗੱਲ ਕਹਿਤੀ, ਨੰਦੀਗ੍ਰਾਮ ਦੇ ਲੋਕਾਂ ਦਾ ਫੈਸਲਾ ਸਿਰ ਮੱਥੇ ਪ੍ਰਵਾਨ। ਤੇ ਫਿਰ ਹੋਇਆ ਕੀ, ਅਮਿਤ ਮਾਲਵੀਆ ਟਵੀਟ ਕਰਦਾ ਕਿ ਮਮਤਾ ਬੈਨਰਜੀ ਹਾਰ ਗਈ ਤੇ ਸ਼ੁਭਿੰਦੂ ਅਧਿਕਾਰੀ ਜਿੱਤ ਗਿਆ। ਪਹਿਲਾਂ ਜੇਤੂ ਡਿਕਲੇਅਰ ਕਰਤੀ, TV ਚੈਨਲਾਂ ਤੇ ਖਬਰਾਂ ਆ ਗਈਆਂ, ਨਿਊਜ਼ 18 ਦੇ ਉੱਤੇ ਜਦੋਂ ਕਿਹਾ ਕਿ ਮਮਤਾ ਬੈਨਰਜੀ ਹਾਰ ਗਈ। ਭਾਰਤੀ ਜਨਤਾ ਪਾਰਟੀ ਦਾ ਇੱਕ ਲੀਡਰ ਡਿਬੇਟ 'ਚ ਬੈਠਾ ਸੀ, ਉਹਨੇ ਕਿਹਾ ਮੈਂ ਸਾਹਮਣੇ ਬੈਠਾ, ਮੇਰੇ ਸਾਹਮਣੇ ਅੱਜ ਤੱਕ ਲੱਗਿਆ ਮਮਤਾ ਬੈਨਰਜੀ ਜਿੱਤ ਗਈ। ਲੇਕਿਨ ਇਲੈਕਸ਼ਨ ਕਮਿਸ਼ਨ ਕਹਿੰਦਾ ਹਾਰ ਗਈ। ਰਾਤ ਨੂੰ ਗਏ ਇਲੈਕਸ਼ਨ ਕਮਿਸ਼ਨ ਦੇ ਕੋਲੇ, ਉਹਨਾਂ ਦਾ ਜਿਹੜਾ ਉੱਥੇ ਪ੍ਰਤੀਨਿਧ ਸੀ, ਕਿ ਜੀ ਰੀਕਾਊਂਟਿੰਗ ਕਰੋ। ਕਹਿੰਦੇ ਨਹੀਂ, ਤੁਹਾਡੇ ਵਾਸਤੇ ਰੀਕਾਊਂਟਿੰਗ ਨਹੀਂ ਹੁੰਦੀ। ਹੁਣ ਤੁਸੀਂ ਯਾਦ ਕਰੋ, ਬਿਹਾਰ ਦੇ ਵਿੱਚ ਵੀ ਇਹੀ ਕੁਛ ਹੋਇਆ ਸੀ। ਬਿਹਾਰ ਦੇ ਵਿੱਚ ਬਰਾਬਰ ਚੱਲਦੇ ਸੀ, ਕਦੇ ਕੋਈ 100 ਉੱਤੇ ਹੋ ਜਾਂਦਾ ਸੀ, ਕਦੇ ਥੱਲੇ ਜਾਂਦਾ ਸੀ। ਹਨੇਰਾ ਕੀਤਾ, ਹਨੇਰਾ ਕਰਨ ਤੋਂ ਬਾਅਦ ਫਿਰ ਆਪਣੀ ਮਨਮਰਜ਼ੀ ਕੀਤੀ, ਜਿੱਤਿਆਂ ਨੂੰ ਹਰਾਤਾ ਤੇ ਹਰਿਆਂ ਨੂੰ ਜਿਤਾਤਾ। ਆਪਾਂ ਉਦੋਂ ਵੀ ਖਬਰ ਦਾ ਇੱਕ ਦਾ ਜ਼ਿਕਰ ਕੀਤਾ ਸੀ ਕਿ ਇੱਕ ਕੈਂਡੀਡੇਟ ਜਿੱਤ ਗਿਆ, ਸਰਟੀਫਿਕੇਟ ਮਿਲ ਗਿਆ ਉਹਨੂੰ, ਉਹਨੇ ਜੇਬ 'ਚ ਪਾਇਆ ਸਰਟੀਫਿਕੇਟ, ਉਹ ਘਰ ਨੂੰ ਚਲੇ ਗਏ। ਬਾਅਦ 'ਚ ਉੱਤੋਂ ਹੁਕਮ ਆ ਗਿਆ ਵੀ ਨਹੀਂ ਹਰਾਉਣਾ ਹੈ, ਤੇ ਉਹਨੂੰ ਪੁਲਿਸ ਭਾਲਦੀ ਫਿਰਦੀ ਸੀ ਵੀ ਉਹ ਕਿੱਥੇ ਹੈ। ਜੇ ਕਿਤੇ ਬੰਦਾ ਉੱਥੇ ਖੜਾ ਹੁੰਦਾ, ਉਹਦੀ ਜੇਬ 'ਚੋਂ ਕੱਢ ਕੇ ਸਰਟੀਫਿਕੇਟ ਪਾੜ ਦੇਣਾ ਸੀ, ਉਹਨੂੰ ਜਿੱਤੇ ਨੂੰ ਵੀ ਹਰਿਆ ਲਾ ਦੇਣਾ ਸੀ। ਸੋ ਜੇ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਸੀਂ ਦੇਖੋ, ਜਿਹਨੇ ਨਿਰਪੱਖ ਚੋਣਾਂ ਕਰਾਉਣੀਆਂ, ਉਸ ਇਲੈਕਸ਼ਨ ਕਮਿਸ਼ਨ ਦੀ ਇਹ ਭੂਮਿਕਾ ਹੋਵੇ। ਤੇ ਦੀਦੀ, ਉਹ ਕਹਿੰਦੇ ਸੀ 2 ਮਈ ਤੇ ਦੀਦੀ ਗਈ, 2 ਮਈ ਦੀਦੀ ਰਹੀ, ਤੇ ਫਿਰ ਗਿਆ ਕੌਣ? ਰਵਿੰਦਰਨਾਥ ਟੈਗੋਰ ਦੀ ਨਕਲੀ ਟੈਗੋਰ ਕਹਾਂਗੇ, ਨਕਲੀ ਟੈਗੋਰ ਹੀ ਕਹਾਂਗੇ ਨਾ, ਨਕਲੀ ਟੈਗੋਰ, ਉਹ ਟੈਗੋਰ ਬਣਿਆ। ਮੈਂ ਸਵੇਰੇ ਵੀ ਕਿਸੇ ਥਾਂ ਦੇ ਉੱਤੇ ਗੱਲ ਕੀਤੀ ਸੀ, ਜਦੋਂ ਆਪਾਂ ਰਵਿੰਦਰਨਾਥ ਟੈਗੋਰ ਦਾ ਉਹ ਹੈ ਨਾ, ਜਨ ਗਣ ਮਨ ਅਧਿਨਾਇਕ ਇੱਕ ਜੀ, ਉਹਦੇ ਵਿੱਚ ਉਹਦਾ ਪੰਜਾਬ, ਸਿੰਧ, ਗੁਜਰਾਤ, ਮਰਾਠਾ, ਦਰਾਵੜ, ਉਤਕਲ, ਗੰਗਾ, ਉਹਦੇ ਵਿੱਚ ਹੁੰਦਾ। ਉਹ ਜਿਹੜੇ ਜਿਨ੍ਹਾਂ ਸਟੇਟਾਂ ਦਾ ਉਹ ਜ਼ਿਕਰ ਕਰਦੇ ਹੈ, ਦਰਾਵੜ ਤਾਮਿਲਨਾਡੂ, ਪੰਜਾਬ, ਸਿੰਧ ਰਿਹਾ ਨੀਗਾ, ਉਹ ਬਾਹਰ ਚਲਾ ਗਿਆ, ਬੰਗਾ, ਜਦੋਂ ਬੰਗਾ ਦੀ ਗੱਲ ਕਰਦੇ ਇਹ ਉਤਚਲ ਬੰਗਾ, ਇਹ ਉਹ ਸਟੇਟਾਂ ਜਿਨ੍ਹਾਂ ਦੇ ਬਾਰੇ ਉਸ ਵੇਲੇ ਜਿਹੜੇ ਟੈਗੋਰ ਸਾਹਿਬ ਨੇ ਦੇਖ ਲਿਆ ਸੀ ਕਿ ਇਹ ਸਟੇਟਾਂ ਗੈਰਤਮੰਦ ਹੈ, ਇਹਨਾਂ ਸਟੇਟਾਂ ਨਾਲ ਕਦੇ ਪੰਗਾ ਨਾ ਲਿਓ, ਜੇ ਪੰਗਾ ਲਿਆ ਤੇ ਇਹ ਹੇਠਲੀ ਉੱਤੇ ਕਰ ਦੇਣਗੇ। ਔਰ ਜੋ ਪੰਗਾ ਲਿਆ, ਦੀਦੀ ਜਾ ਕੇ ਰਿਦਮ ਦੇ ਵਿੱਚ ਉੱਥੇ ਗਾਣੇ ਗਾਉਣ ਲੱਗ ਪਏ ਸੀ, ਜਿਹੜੀ ਬੰਗਾਲੀਆਂ ਦੀ ਅਣਖ ਨੂੰ ਬੰਗਾਰਿਆ, ਤੇ ਫਿਰ ਬੰਗਾਲੀਆਂ ਦੀ ਅਣਖ ਜਾਗੀ। ਆਹ ਸਾਰੀਆਂ ਫੌਜਾਂ, ਸਾਰਾ ਕੁਛ ਜਿਹੜਾ ਲਾਇਆ, ਸੋ ਟੁੱਟ ਭੱਜ ਕੀਤੀ ਬੰਗਾਲੀਆਂ ਨੇ। ਫਿਰ ਉਹ ਮੈਂ ਨਾ ਉਹਦੀ ਅਮਿਤ ਸ਼ਾਹ ਦੀ ਇੱਕ ਵੀਡੀਓ ਦੇਖ ਰਿਹਾ ਸੀ, ਅਮਿਤ ਸ਼ਾਹ ਦਾ ਭਾਰਤ ਮਾਤਾ ਕੀ ਜੈ ਅੱਗੋਂ ਜਵਾਬ ਨਹੀਂ ਆਇਆ। ਉਹ ਕਰੇ ਅਰੇ ਉਹ ਕੈਮਰਾ ਇੱਧਰ ਕਰ, ਉਹ ਸਫੇਦ ਕੁੜਤਾ ਵੀ ਕੈਮਰਾ ਉੱਧਰ ਨਾ ਕਰ, ਵੀ ਕੋਈ ਜਵਾਬ ਨਹੀਂ ਦੇ ਰਿਹਾ, ਵੀ ਉਹ ਨਾ ਦਿਖਾ, ਤੂੰ ਮੈਨੂੰ ਹੀ ਦਿਖਾ। ਬਿਲਕੁਲ ਤੁਸੀਂ ਉਹਨੇ ਦੇਖਿਆ, ਇੰਨਾ ਕੁਛ ਕਰਨ ਦੇ ਬਾਵਜੂਦ ਜਿਹੜੀ ਬੰਗਾਲੀਆਂ ਦੀ ਫਿਰ ਗੈਰਤ ਜਾਗੀ ਸੀ। ਆਪਾਂ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਬੰਗਾਲੀ ਅਜ਼ਮਤ, ਜੇ ਬੰਗਾਲੀ ਅਜ਼ਮਤ ਜਾਗ ਪਈ ਨਾ,
ਉਹ ਨਹੀਂ ਕਰਨਗੇ। ਹੁਣ ਤੁਸੀਂ ਦੇਖੋ ਕਿੰਨਾ ਕੋਸ਼ਿਸ਼ ਕੀਤੀ ਕਿ ਪੋਲਰਾਈਜ਼ ਕਰ ਦਿਓ। ਬੰਗਾਲ ਦਾ ਹਿੰਦੂ ਭਾਈਚਾਰਾ ਜਿਹੜਾ ਹੈਗਾ ਉਹ ਕਮਿਊਨਲ ਆਧਾਰ ਤੇ ਪੋਲਰਾਈਜ਼ ਨਹੀਂ ਹੋਇਆ। ਤੁਹਾਡੀ ਯਾਦ ਹੋਣਾ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਕਿਹਾ ਸੀ ਕਿ ਜਿਸ ਢੰਗ ਦੀ ਇਹਨਾਂ ਨੇ ਖੇਡ ਖੇਡੀ ਹੈ, ਜਿਵੇਂ ਇਹਨਾਂ ਨੇ ਮਿਸਟਰ ਓਵੈਸੀ ਹੋਰਾਂ ਨੂੰ ਲਿਆਂਦਾ ਗਿਆ, ਓਵੈਸੀ ਨੂੰ ਤਾਂ ਹੁਣ ਬੀ ਟੀਮ ਹੀ ਆ ਗਈ ਨਾ, ਬੀ ਟੀਮ ਕਹਿਣ ਲੱਗੀ। ਉਹਦਾ ਕੰਮ ਇਹ ਹੋਈ ਹੈ ਕਿ ਤੁਸੀਂ ਮੁਸਲਮਾਨ ਵੋਟਾਂ ਤੋੜਨੀਆਂ। ਜੇ ਮੁਸਲਮਾਨ ਵੋਟਾਂ ਟੁੱਟਣਗੀਆਂ ਤਾਂ ਉਹਦਾ ਫਾਇਦਾ ਕਿਹਨੂੰ ਹੋਊਗਾ? ਬੀਜੇਪੀ ਨੂੰ ਹੋਊਗਾ। ਉਹ ਵੀ ਆ ਗਿਆ, ਸਾਰਾ ਕੁਝ ਕਰ ਲਿਆ। ਇਹਦੇ ਬਾਵਜੂਦ ਵੀ ਆਪਾਂ ਇੱਕੋ ਗੱਲ ਕਹਿੰਦੇ ਸੀ ਕਿ ਜੇ ਬੰਗਾਲੀ ਅਜਮਤ ਜਾਗ ਪਈ ਨਾ ਤੇ ਜਾਗੂਗੀ। ਹਿੰਦੂ ਵੋਟ ਜਿਹੜੀ ਹੈਗੀ ਹੈ ਪੋਲਰਾਈਜ਼ ਨਹੀਂ ਹੋਈ, ਔਰ ਬਾਵਜੂਦ ਇਸ ਗੱਲ ਦੇ ਕਿ ਓਵੈਸੀ ਵਰਗੇ ਕਿੰਨੇ ਬੰਦੇ ਲੈਂਦੇ ਗਏ, ਇਹਦੇ ਬਾਵਜੂਦ ਵੀ ਮੁਸਲਮਾਨਾਂ ਨੇ ਇੱਕ ਮੁੱਠ ਬਣ ਕੇ ਮਤਲਬ ਐਨ ਚੰਗਾ ਘਸੁੰਨ ਬਣ ਕੇ ਉਹ ਖੜੇ ਉਹਦੇ ਨਾਲ ਮਮਤਾ ਬੈਨਰਜੀ ਤਿੰਨ ਪੱਤੀਆਂ ਨਾਲ ਖੜੇ। ਤੇ ਹੁਣ ਤੁਸੀਂ ਹਾਲਤ ਦੇਖੋ ਕੀ ਹੈ। 2011 ਚ ਮਮਤਾ ਦੀ ਸ਼ੁਰੂਆਤ ਹੋਈ ਸੀ, ਪਹਿਲੀ ਵਾਰੀ ਮੁੱਖ ਮੰਤਰੀ ਬਣਦੀ ਹੈ। 2016 ਦੇ ਵਿੱਚ ਉਹਦੇ ਕੋਲ 2011 ਸੀ। ਅਬ ਕੀ ਬਾਰ 200 ਸੇ ਪਾਰ ਕਹਿੰਦੇ ਸੀ। ਜੇ ਤੁਸੀਂ ਲੋਕ ਸਭਾ 2019 ਦੇ ਰਿਜ਼ਲਟ ਕੱਢ ਕੇ ਦੇਖੋ, ਲੋਕ ਸਭਾ 2019 ਦੇ ਰਿਜ਼ਲਟਾਂ ਦੇ ਮੁਤਾਬਕ ਭਾਰਤੀ ਜਨਤਾ ਪਾਰਟੀ 121 ਸੀਟਾਂ ਦੇ ਉੱਤੇ ਲੀਡ ਲੈਂਦੀ ਹੈ। ਤੇ ਹੁਣ ਕਿੱਥੇ ਖੜ ਗਏ ਜੀ ਆ ਕੇ 75-76। ਵੈਸੇ ਇਹ ਵੀ ਇੱਕ ਬੜੀ ਤਕੜੀ ਗੱਲ ਕਹੀ ਜਾ ਰਹੀ ਹੈ ਕਿ ਦੇਖੋ EVM ਦਾ ਬੜਾ ਰੌਲਾ ਪੈਂਦਾ ਸੀ। ਦੇਖੋ ਜੀ ਜਾਨ ਤਾਂ ਲੱਗੀ ਸੀ ਇਹਨਾਂ ਦੀ, ਪੂਰਾ ਆਪਣੇ ਆਪ ਨੂੰ ਕਹਿ ਰਿਹਾ ਕਹਿੰਦੇ, ਪਰ ਕਿਤੇ ਨਾ ਕਿਤੇ ਇਹ ਚਰਚਾਵਾਂ ਆ ਰਹੀਆਂ ਨੇ ਕਿ ਇੰਨਾ ਜ਼ੋਰ ਲਾ ਕੇ ਕਿਤੇ ਨਾ ਕਿਤੇ ਕਹਿੰਦੇ ਵੀ ਫੇਅਰ ਇਲੈਕਸ਼ਨ ਕਰਾ ਦਈਏ ਆਪਾਂ, ਤੇ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਹੋ ਗਏ ਉਦੋਂ EVM ਨਾਲ ਫੇਰ ਖੇਡ ਗਏ। ਨਹੀਂ ਦਾਨੇ ਵਾਲੀ ਸਾਹਿਬ, ਇੱਥੇ ਗੱਲ ਹੋਰ ਹੈ। ਇਹ ਤੇ ਗੱਲ ਹੋਰ EVM ਉਹਨਾਂ ਨੇ ਫੇਅਰ ਇਲੈਕਸ਼ਨ ਕਰਾਉਣ ਦੀ ਨਹੀਂ ਕੀਤੀ। ਉਹਨਾਂ ਦੇ ਸਾਹਮਣੇ ਬੰਗਾਲ ਦਾ ਕਿਲਾ ਫਤਿਹ ਕਰਨਾ ਸੀ। ਤੁਸੀਂ ਇਹ ਦੇਖੋ ਕਿ ਇਲੈਕਸ਼ਨ ਕਮਿਸ਼ਨ ਦੇ ਜ਼ਰੀਏ ਸਭ ਤੋਂ ਪਹਿਲਾਂ DGP ਬਦਲਿਆ। DGP ਬਦਲਣ ਦਾ ਮਤਲਬ ਕੀ ਸੀਗਾ ਕਿ ਫੋਰਸ ਡਿਮੋਰਲਾਈਜ਼ ਹੋ ਸੀ। ਜਿਹੜੀ ਫੋਰਸ ਨੇ ਮਮਤਾ ਬੈਨਰਜੀ ਦੇ ਨਾਲ ਖੜੀ ਹੈ, ਜਿਹੜੇ SP ਉਹਦੇ ਲਾਏ ਹੋਏ ਹੈ, ਜਿਹੜੇ DSP ਉਹਦੇ ਲਾਏ ਹੋਏ ਹੈ, ਉਹ ਸਾਰੇ ਦੇ ਸਾਰੇ ਵੀ ਸਾਡਾ ਜਰਨੈਲ ਗਿਆ, ਉਹਨੂੰ ਫਰਸਟ੍ਰੇਟ ਕਰ ਦਿਓ। ਜਦੋਂ ਤੁਹਾਡੀ ਮਸ਼ੀਨਰੀ ਫਰਸਟ੍ਰੇਟ ਹੋ ਜੇ, ਤੁਹਾਡੀ ਮਸ਼ੀਨਰੀ ਪਾਸ ਤੇ ਮਤ ਹੋ ਜੇ, ਜੋ ਮਰਜ਼ੀ ਕਰ ਲਓ। ਇਹ ਕੀਤੀ ਉਹਨਾਂ ਨੇ, ਸਾਰਾ ਕੁਛ ਕੀਤਾ। ਲੇਕਿਨ ਮੈਂ ਉਸ ਵੇਲੇ ਵੀ ਗੱਲ ਕਹੀ ਸੀ ਤੇ ਮੈਂ ਅੱਜ ਵੀ ਕਹਿਣਾ ਕਿ ਜਿਹੜੀਆਂ EVM ਦੇ ਵਿੱਚ ਗੜਬੜ ਉਦੋਂ ਹੁੰਦੀ ਹੈ ਜਦੋਂ ਡਿਸਟ੍ਰਿਕਟ ਪ੍ਰਸ਼ਾਸਨ ਤੁਹਾਡੇ ਨਾਲ ਹੋਵੇ। ਕਿਉਂਕਿ ਡਿਸਟ੍ਰਿਕਟ ਪ੍ਰਸ਼ਾਸਨ ਜਿਹੜਾ ਹੈਗਾ ਬੰਗਾਲ ਦਾ, ਉੱਥੇ ਸਰਕਾਰ ਤਾਂ ਅਜੇ ਵੀ ਮਮਤਾ ਬੈਨਰਜੀ ਦੀ ਹੈ ਨਾ। ਬਹੁਤ ਸਾਰੇ ਬੰਦੇ ਬਦਲਤੇ, ਕਿਉਂਕਿ EVM ਤਾਂ ਜੇ ਆਪਾਂ ਆਖੀਏ ਤਾਂ ਜ਼ਿਲ੍ਹਾ ਹੈਡਕੁਆਟਰਾਂ ਤੇ ਜਾਣੀਆਂ, ਜਿਹਦੇ ਨਾਲ ਗੜਬੜ ਕਰਨੀ ਹੈ, ਜਿਹਦੇ ਨਾਲ ਜਾਂ ਪਹਿਲਾਂ ਕਰਨੀ ਹੈ ਤਾਂ ਵੀ ਬੈਂਕ 'ਚ ਪਈਆਂ ਹੁੰਦੀਆਂ, ਸਟੋਰ 'ਚ ਹੁੰਦੀਆਂ ਇਹਨਾਂ ਦੇ। ਬੈਂਕਾਂ 'ਚੋਂ ਕਰਨ ਤੋਂ ਬਾਅਦ ਹੀ ਅਸਲ 'ਚ ਕੀ ਹੈ, ਜਿਹੜੀ ਆਪਾਂ ਪਹਿਲਾਂ ਗੱਲ ਵੀ ਕੀਤੀ ਸੀ ਇੱਕ ਵਾਰੀ, ਕਿ EVM ਮਸ਼ੀਨਾਂ ਜਿੰਨੀਆਂ ਇਲੈਕਸ਼ਨ ਕਮਿਸ਼ਨ ਦੇ ਕਬਜ਼ੇ 'ਚ ਉਦੋਂ ਵੱਧ ਆਈਆਂ ਹੋਈਆਂ, ਉਹ BJP ਦੇ ਕਬਜ਼ੇ 'ਚ। ਇਹ ਹੁੰਦਾ ਕੀ ਹੈ ਕਿ EVM ਮਸ਼ੀਨਾਂ ਚੇਂਜ ਹੁੰਦੀਆਂ ਪ੍ਰਸ਼ਾਸਨ ਦੀ ਮਰਜ਼ੀ ਦੇ ਨਾਲ, ਜਿਹੜੀ ਉੱਥੇ ਬੈਠਿਆਂ ਨੂੰ ਨਹੀਂ ਹੁੰਦੀ। ਜਦੋਂ ਆਪਾਂ EVM ਜਦੋਂ ਸਟਾਰਟ ਕਰਦੇ ਆ, ਪਹਿਲਾਂ ਇੱਥੇ ਲਿਆਉਂਦੇ ਆ, ਉਹਨਾਂ ਨੂੰ ਦਿਖਾਉਂਦੇ ਆ, 0 ਤੇ ਕਰਦੇ ਆ, ਪੋਲਿੰਗ ਏਜੰਟਾਂ ਨੂੰ ਵੀ ਦਿਖਾਈ ਜਾਂਦੀ ਹੈ ਸਾਰਾ ਇਹਦਾ। ਫਿਰ ਜਿਹੜੀ ਕਿਉਂਕਿ ਕਈ ਦਿਨ ਲੱਗ ਜਾਂਦੇ, ਰਾਤ ਨੂੰ ਪਹਿਲੀਆਂ ਕਰਤੀਆਂ ਐਡਜਸਟ, ਪਤਾ ਲੱਗ ਗਿਆ, ਡਾਟਾ ਲੈ ਲਿਆ ਕਿ ਕਿਹੜੇ ਪੋਲਿੰਗ ਬੂਥ ਤੋਂ ਕਿੰਨੀਆਂ ਵੋਟਾਂ ਪਈਆਂ। ਉਹਨਾਂ ਵੋਟਾਂ ਦੇ ਲਿਹਾਜ਼ ਦੇ ਨਾਲ ਜਿਹੜੀਆਂ ਕਈ ਵਾਰੀ ਵੱਧ ਜਾਂਦੀਆਂ ਗਲਤੀ ਨਾਲ, ਉਹ ਕਈ ਥਾਵਾਂ ਦੇ ਤੇ ਮਸ਼ੀਨਾਂ ਮਤਲਬ ਕਰਕੇ ਉਹਦਾ ਸਾਰਾ ਫਿੱਟ ਤੇ ਮਸ਼ੀਨਾਂ ਚੇਂਜ ਹੋ ਜਾਂਦੀਆਂ। ਪਰ ਕਿਉਂਕਿ ਮਮਤਾ ਬੈਨਰਜੀ ਦੀ ਸਰਕਾਰ ਸੀ, ਤੇ ਜੇ ਬੰਗਾਲੀ ਲੋਕਾਂ ਦੀ ਗੈਰਤ ਜਿਹੜੀ ਹੈਗੀ ਹੈ, ਆਪਾਂ ਕਹਿ ਸਕਦੇ ਹਾਂ, ਉਹ ਜਾਗ ਪਈ, ਤੇ ਜਿਹੜੇ ਬੰਗਾਲੀ ਆਫੀਸਰ ਹੈ ਤਾਂ ਉਹ ਵੀ ਤਾਂ ਉਸ ਜਾਤ ਦੇ, ਉਹ ਉਹਨਾਂ ਦੀ ਕਿਉਂ ਨਹੀਂ ਜਾਗਦੀ? ਅਗਲੇ ਕਹਿੰਦੇ ਵੀ ਅਸੀਂ ਨਹੀਂ ਇਹ ਕਰ ਦਿੰਦੇ। ਉੱਥੇ ਉਹਨਾਂ ਦੀ ਫਾਲ ਨਹੀਂ ਪਈ। ਇਹੀ ਚੀਜ਼ ਜੇ ਆਪਾਂ ਦੇਖੀਏ, ਹੁਣ ਅਸਾਮ ਦੇ ਵਿੱਚ ਕਿੰਨਾ ਫਰਕ ਹੈ। ਅਸਾਮ ਦੇ ਵਿੱਚ ਬਰਾਬਰ ਦੀ ਟੱਕਰ ਸੀ। ਅਸਾਮ ਦੇ ਵਿੱਚ ਮਸ਼ੀਨਾਂ ਵੀ ਲਈ ਜਾਂਦੇ ਵੀ ਫਲਾਣੇ ਕੈਂਡੀਡੇਟ ਦੀ ਫੜੀ ਗਈ ਤੇ ਆ ਫੜੀ ਗਈ। ਉੱਥੇ ਜਿਹੜੀ ਹੈਗੀ ਆ, ਉੱਥੇ ਡਬਲ ਦਾ ਫਰਕ ਕਿਵੇਂ ਪੈ ਗਿਆ? ਉਹਨਾਂ ਦੇ 45 ਕਿ ਉਹਨਾਂ ਦੇ 90 ਦੇ ਕਰੀਬ ਕਿਵੇਂ ਹੋ ਗਏ? ਇੱਥੇ ਉਹ ਗੱਲ ਚੱਲ ਨਹੀਂ ਸਕਦੀ ਸੀ, ਕਿਉਂਕਿ ਦੂਜੀ ਗੱਲ ਕੀ ਹੈ ਕਿ ਜਿਹੜਾ TMC ਦਾ ਕਾਡਰ ਹੈ, TMC ਦਾ ਕਾਡਰ ਜਿਹੜਾ ਹੈਗਾ ਬੜਾ ਮਜ਼ਬੂਤ ਕਾਡਰ ਹੈ, ਡਾਂਗ ਸੁੱਟੇ ਵਾਲਾ, ਸੁਚੇਤ ਹੈ, ਡਾਂਗ ਸੁੱਟੇ ਵਾਲਾ, ਉਹਦਾ ਮਰਨ ਮਾਰਨ ਨੂੰ ਤਿਆਰ ਰਹਿੰਦੀ। ਇਸ ਕਰਕੇ ਜ਼ੋਰ ਪੂਰਾ ਲਾਇਆ ਸੀ, ਪਰ ਪੂਰੇ ਜ਼ੋਰ ਦੇ ਲਾਉਣ ਦੇ ਬਾਵਜੂਦ ਦੀਦੀ ਤਾਂ ਜਿਹੜੀ ਰਹਿ ਗਈ, ਤੇ ਗਿਆ ਕੌਣ? ਮੋਦੀ। ਔਰ ਜਿਸ ਢੰਗ ਦੇ ਨਾਲ ਮਤਲਬ ਮੈਨੂੰ ਅੱਜ ਮੈਂ ਇੱਕ ਦੇਖ ਰਿਹਾ ਸੀ, ਸਵੇਰੇ ਕਿਸੇ ਪੜ੍ਹ ਰਿਹਾ ਸੀ ਮੈਂ ਇੱਕ ਆਰਟੀਕਲ, ਕਿ ਜਿਹੜੇ ਗੁਜਰਾਤ ਦੇ ਲੀਡਰ ਹੈ, ਗੁਜਰਾਤ ਦੇ ਲੀਡਰਾਂ ਦਾ ਸੁਭਾਅ ਲਾਲੂ ਪ੍ਰਸਾਦ ਯਾਦਵ ਵਰਗਾ ਜੀ। ਲਾਲੂ ਪ੍ਰਸਾਦ ਯਾਦਵ ਹਮੇਸ਼ਾ ਮਜ਼ਾਕ 'ਚ ਗੱਲ ਕਰਦਾ, ਟੀਚਰ ਕਰਦਾ, ਤੇ ਇਹ ਵੀ ਮਜ਼ਾਕ 'ਚ ਗੱਲ ਕਰਦੀ। ਅਮਿਤ ਸ਼ਾਹ ਨੂੰ ਦੇਖ ਲਓ ਤੁਸੀਂ, ਨਰਿੰਦਰ ਮੋਦੀ ਨੂੰ ਕਿਆ ਹੁਆ ਕਿ ਨਹੀਂ ਹੁਆ, ਐਸਾ ਹੁਆ ਕਿ ਨਹੀਂ ਹੁਆ, ਉਹ ਪਪੂਆ, ਉਹ ਮਤਲਬ ਇਸ ਤਰ੍ਹਾਂ ਦੀ ਗੱਲ ਕਰਨੀ। ਜਿਹੜੀ ਬੰਗਾਲੀ ਹੈ, ਬੰਗਾਲੀਆਂ ਦਾ ਤੁਸੀਂ ਦੇਖੋ ਕਿ ਬੰਗਾਲੀ ਬੜੇ ਕਲਚਰਡ ਵੀ ਹੈ। ਜਦੋਂ ਬੋਲਦੇ ਉਹਨਾਂ ਦਾ ਜਿਹੜਾ ਭਾਸ਼ਣ ਆ ਗੁੱਸੇ ਵਾਲਾ ਹੁੰਦਾ ਹੈ। ਹੁਣ ਤੁਸੀਂ ਦੇਖੋ, ਸ਼ਿਵਿੰਦੂ ਅਧਿਕਾਰੀ ਗਿਆ, ਮਮਤਾ ਬੈਨਰਜੀ ਨੇ ਕਿਹਾ ਗਦਾਰ, ਮਮਤਾ ਬੈਨਰਜੀ ਕਹਿੰਦੀ ਮੈਂ ਲੜੂਗੀ ਨੰਦੀਗ੍ਰਾਮ, ਉਹ ਨੰਦੀਗ੍ਰਾਮ ਚਲੀ ਗਈ। ਨਰਿੰਦਰ ਮੋਦੀ ਕਹਿੰਦੇ ਦੀਦੀ ਕੀ ਸਕੂਟੀ ਗਿਰੇਗੀ,
ਫਿਰ ਇਹ ਕਹਿਤਾ ਕਿ ਦੀਦੀ 2 ਸੀਟਾਂ ਤੇ ਲੜੂਗੀ, ਕਹਿੰਦੀ ਨਹੀਂ ਲੜਦੀ, ਇੱਕੇ ਤੇ ਲੜੂ। ਜਿਹੜੀ ਉਹਦੀ ਮਤਲਬ ਜਿਹੜੀ ਗਰਮੀ, ਉਹਦਾ ਜਿਹੜਾ ਗੁੱਸਾ ਸੀ, ਜੋ ਉਹਨੇ ਗੁੱਸਾ ਦਰਸਾਇਆ, ਉਹਦੇ 60 ਵੱਜੀ, ਉਹਨੇ ਮਤਲਬ ਜਾ ਕੇ ਕਦੇ ਵੀ ਡਿਫੈਂਸਿਵ ਤਾਂ ਹੋਈ ਨਹੀਂ ਉਹ। ਇੱਕ ਪਾਸੇ 30 ਬੰਦਿਆਂ ਦੀ ਫੌਜ ਆ, ਕੇਂਦਰੀ ਵਜ਼ੀਰ ਬੈਠੇ ਆ ਕੱਲੀ ਸੀਟ ਦੇ ਉੱਤੇ, ਤੇ ਕੱਲੀ ਲਲਕਾਰੇ ਮਾਰੀ ਆ, ਕੱਲੀ ਉਹਨਾਂ ਦਾ ਮੁਕਾਬਲਾ ਕਰ ਰਹੀ ਹੈ। ਉਹ ਜਿਹੜੀ ਉਹ ਬੰਗਾਲੀ ਕਰੈਕਟਰ ਹੈ, ਬੰਗਾਲੀ ਚਰਿੱਤਰ ਹੈ। ਜਿਵੇਂ ਸਾਡੇ ਪੰਜਾਬ ਦਾ ਚਰਿੱਤਰ ਹੈ ਨਾ, ਸਾਡੇ ਪੰਜਾਬ ਦਾ ਚਰਿੱਤਰ ਇੱਕ ਵੱਖਰੀ ਕਿਸਮ ਦਾ, ਉਹਨਾਂ ਦਾ ਵੱਖਰੀ ਕਿਸਮ ਦਾ। ਸਾਡਾ ਜਿਹੜਾ ਹੈਗਾ ਦਿਲ ਤੋਂ ਅਸੀਂ ਕੰਮ ਲੈਂਦੇ ਹਾਂ, ਬੰਗਾਲੀ ਨਾਲ ਦਿਮਾਗ ਤੋਂ ਵੀ ਕੰਮ ਲੈਂਦੇ, ਪੜ੍ਹੇ ਲਿਖੇ ਜ਼ਿਆਦਾ, ਦਿਲ ਦੇ ਨਾਲ ਦਿਮਾਗ ਤੋਂ ਵੀ ਕੰਮ ਲੈਂਦੇ। ਤੇ ਉਹਦਾ ਨਤੀਜਾ ਇਹ ਹੋਇਆ ਕਿ ਇੱਕ ਜਿਹੜੀ ਹੱਥ ਤੇ ਸਰੋਂ ਜਮਾ ਕੇ ਦਿਖਾਤੀ ਵੀ ਆਹ ਜੰਮੀ ਪਈ ਹੈ। 211 ਸੀ ਤੇ 212 ਨੇ ਦਿਖਾਤੀ, ਤੇ ਇਹ ਅਜੇ ਤੱਕ 212 ਨਾ ਗਿਣੋ, 2 ਹੋਰ ਪਈਆਂ ਜੇ, 2 ਨਹੀਂ 3 ਪਈਆਂ। ਤੀਜੀ ਵੀ ਇੱਕ ਹੋਰ ਮੇਰੇ ਖਿਆਲ ਹੈ, ਜਿੱਥੋਂ ਸ਼ਾਇਦ ਕੱਲ ਡੈਥ ਵੀ ਹੋ ਗਈ। ਅੱਛਾ, ਮੇਰੇ ਧਿਆਨ ਚ ਨਹੀਂ। ਹਾਂ, ਇੱਕ ਦੀ ਕਿਸੇ ਦੀ ਡੈਥ ਵੀ ਹੋ ਗਈ, ਇਹ ਵੀ ਦੱਸਦੇ ਆ। ਔਰ ਜਿਹੜੀ ਹੈਗੀ ਮਮਤਾ ਬੈਨਰਜੀ ਦੀ ਆਪਦੀ ਵੀ ਵਿੱਚ ਕਲੇਸ਼ ਪਿਆ ਨਾ, ਕਿਉਂਕਿ ਅੱਜ ਮੇਰਾ ਖਿਆਲ ਉਹਨਾਂ ਨੇ ਫੈਸਲਾ ਕਰ ਲਿਆ ਕਿ ਅਸੀਂ ਇਸ ਮਾਮਲੇ ਨੂੰ ਕੋਰਟ ਚੈਲੰਜ ਕਰਾਂਗੇ, ਕਿਉਂਕਿ 2 ਵਾਰੀ ਰਿਜ਼ਲਟ ਤਾਂ ਕੁਛ ਹੈ ਤੇ ਕੀਤਾ ਕੁਛ ਜਾ ਰਿਹਾ। ਸੋ ਇਸ ਹਿਸਾਬ ਦੇ ਨਾਲ ਆਪਾਂ ਦੇਖੀਏ ਤਾਂ ਮਮਤਾ ਬੈਨਰਜੀ ਨੇ ਆਪਦਾ ਐਨ ਪੂਰਾ ਜਿਹੜੀ ਹੈਗੀ ਉਹਨੇ ਜਿਹੜੀ ਬੰਗਾਲੀ ਅਜ਼ਮਤ ਹੈ, ਬੰਗਾਲੀ ਗੈਰਤ ਹੈ, ਤੇ ਬੰਗਾਲੀਆਂ ਨੂੰ ਮੈਂ ਤਾਂ ਸਲਾਮ ਕਰਦਾ ਬੰਗਾਲੀਆਂ ਨੂੰ। ਔਰ ਇਹਦੇ ਚ ਨਾਲ ਅਗਲੀ ਗੱਲ ਜੀ, ਅਸੀਂ ਕਦੇ ਵੀ ਘਟਾ ਕੇ ਨਹੀਂ ਦੇਖ ਸਕਦੇ, ਕਿਸਾਨ ਅੰਦੋਲਨ ਦਾ ਬਹੁਤ ਵੱਡਾ ਮੈਂ ਉਹੀ ਗੱਲ ਤੇ ਆ ਰਿਹਾ ਸੀ, ਬਹੁਤ ਵੱਡਾ ਯੋਗਦਾਨ ਹੈ। ਹਾਂਜੀ, ਵੀ ਕਿਸਾਨ ਅੰਦੋਲਨ ਦਾ ਆਪਾਂ ਕਹਿ ਸਕਦੇ ਹਾਂ ਕਿ ਦੇਖੋ ਤਾਮਿਲਨਾਡੂ 'ਚ ਵੀ ਕਿਸਾਨ ਗਏ ਨੇ, ਹਾਂਜੀ ਠੀਕ ਹੈ, ਇੱਥੇ ਵੀ ਗਏ। ਹਾਂ, ਪੌਂਡੀਚੇਰੀ ਦਾ ਕਿਸਾਨ ਹੈ ਹੀ ਨਹੀਂ ਸੀ ਉੱਥੇ, ਆਪਾਂ ਛੱਡੋ, ਅਸਾਮ ਨਹੀਂ ਗਏ ਕਿਸਾਨ। ਨਹੀਂ, ਜਿਹੜੀ ਜੇ ਤਾਮਿਲਨਾਡੂ ਕਹਿ ਦਈਏ, ਪੌਂਡੀਚੇਰੀ ਕਹਿ ਦਈਏ, ਅਸਾਮ ਕਹਿ ਦਈਏ, ਇਹ ਸਟੇਟਾਂ ਉਹ ਹੈ ਜਿੱਥੇ ਸਾਡੀ ਜਿਹੜੀ ਹੈਗੀ ਹੈ ਬੋਲੀ ਨਹੀਂ ਸਮਝੀ ਜਾਂਦੀ। ਬਹੁਤ ਸਾਰੇ ਲੋਕ ਕਹਿੰਦੇ ਬੰਗਾਲੀ ਕਿਹੜਾ ਸਮਝਦੇ, ਪਰ ਮੈਂ ਇੱਕ ਗੱਲ ਤੁਹਾਨੂੰ ਯਾਦ ਕਰਾਉਣਾ ਕਿ ਬੰਗਾਲ ਦੇ ਵਿੱਚ ਪੰਜਾਬੀ ਭਾਈਚਾਰਾ ਬਹੁਤ ਬੈਠਾ। ਬੰਗਾਲ ਦੇ ਵਿੱਚ ਆਪਣਾ ਇੱਕ ਤਾਂ ਬਜ਼ੁਰਗ ਐਮਐਲਏ ਉਹ ਲਗਾਤਾਰ ਹੀ ਜਿੱਤਦਾ ਆ ਰਿਹਾ। ਹਾਂਜੀ, ਐਮਐਲਏ ਵੀ ਹੈ, ਪੰਜਾਬੀ ਭਾਈਚਾਰਾ ਵੀ ਹੈਗਾ। ਜਦੋਂ ਸਾਡੇ ਕਿਸਾਨ ਗਏ, ਕਿਸਾਨਾਂ ਨੇ ਤਾਂ ਇਹ ਸੋਚਿਆ ਸੀ ਅਸੀਂ ਟਰੈਕਟਰ ਕਿਰਾਏ ਤੇ ਲੈ ਕੇ ਉੱਥੇ ਸੰਕੇਤਕ ਵਿਰੋਧ ਕਰਾਂਗੇ, ਲੇਕਿਨ ਉੱਥੇ ਜਦੋਂ ਉਹਨਾਂ ਨੂੰ ਹੱਥਾਂ ਤੇ ਚੱਕ ਲਿਆ ਤੇ ਉਹਨਾਂ ਨੇ ਕਿਹਾ ਲਓ ਜੀ ਸਾਰਾ ਕੁਝ ਅਸੀਂ ਤੁਹਾਡੇ ਨਾਲ ਆ। ਔਰ ਦੂਜੀ ਗੱਲ ਹੈ ਕਿ ਜਿਹੜਾ ਕਲਕੱਤੇ ਵਰਗੇ ਸ਼ਹਿਰ ਚੋਂ ਹਿਸਟੋਰੀਕਲੀ ਬੰਗਾਲੀਆਂ ਤੇ ਪੰਜਾਬੀਆਂ ਦੀ ਜਿਹੜੀ ਆਪਸ ਯੂਨਿਟੀ ਹੈ, ਜਦੋਂ ਦਸਤਾਰ ਵਾਲਾ ਸਰਦਾਰ ਉੱਥੇ ਪਹੁੰਚਦਾ ਹੈ ਔਰ ਉਹ ਜਾ ਕੇ ਬਾਜ਼ਾਰਾਂ 'ਚ ਖੜਦੇ, ਲੋਕ ਦੇਖਦੇ ਵੀ ਹਾਂ ਠੀਕ ਹੈ। ਉੱਥੇ ਦੀ ਜੇ ਸਾਡੇ ਮਤਲਬ ਜਿਹੜੀ ਹੈਗੀ ਹੈ ਕਣਕ ਦੀ, ਤੁਸੀਂ ਜੂਟ ਦੀ ਪ੍ਰੋਬਲਮ ਬੜੀ, ਬਿਲਕੁਲ ਬਹੁਤ ਵੱਡੀ ਪ੍ਰੋਬਲਮ ਜੂਟ ਦੀ। ਉਹਨਾਂ ਨੂੰ ਸਾਨੂੰ ਐਮਐਸਪੀ ਮਿਲਦਾ, ਬਾਕੀ ਸਟੇਟਾਂ ਦੇ ਵਿੱਚ ਐਮਐਸਪੀ ਸਮਝ ਨਹੀਂ ਆਉਂਦੀ ਕਿਉਂਕਿ ਉਹਨਾਂ ਨੂੰ ਮਿਲਦਾ ਨਹੀਂ, ਲੇਕਿਨ ਬੰਗਾਲ ਵਾਲਿਆਂ ਨੂੰ ਐਮਐਸਪੀ ਜੂਟ ਤੇ ਮਿਲਦਾ ਹੁੰਦਾ ਸੀ, ਜੂਟ ਤੇ ਮਿਲਦਾ ਸੀ, ਹੋਰ ਵੀ ਤਾਂ ਫਸਲਾਂ ਹੈਗੀਆਂ ਨਾ। ਉਹਨਾਂ ਨੂੰ ਜਦੋਂ ਐਮਐਸਪੀ ਦੀ ਸਮਝ ਆਉਂਦੀ ਹੈ ਉਹ ਜਾ ਕੇ ਔਰ ਇਹੀ ਤੁਸੀਂ ਦੇਖੋ ਕਿ ਜਿੰਨੀ ਖੁਸ਼ੀ ਬੰਗਾਲੀਆਂ ਨੇ ਮਨਾਈ ਹੈ, ਸਿੰਘੂ ਲੈ ਲਓ, ਟਿੱਕਰੀ ਲੈ ਲਓ, ਪਿੰਡਾਂ 'ਚ ਲੈ ਲਓ, ਇਸ ਵੇਲੇ ਗਦਗਦ ਹੋਏ ਪਏ ਆ, ਮਤਲਬ ਜਿਹੜੇ ਖਾਸ ਕਰਕੇ ਪੰਜਾਬੀ ਕਿਸਾਨ ਆ ਜਿਹੜੇ ਗਦਗਦ ਹੋਏ ਪਏ ਆ ਵੀ ਉਹ ਢਾਲਿਆ ਜੀ। ਅੱਛਾ, ਇੱਕ ਚੀਜ਼ ਮੈਨੂੰ ਦੱਸੋ ਵੀ ਹੁਣ ਮੁੱਖ ਮੰਤਰੀ ਕੌਣ ਹੋਊਗਾ? ਮਮਤਾ ਬੈਨਰਜੀ, ਰੌਲਾ ਹੀ ਨਹੀਂ ਕੋਈ। ਪਰ ਜਿਵੇਂ ਹਾਰ ਗਈ, ਉਹ ਹਾਰ ਗਈ, ਇਤਿਹਾਸ ਗਵਾਹ ਹੈ ਜੀ। ਡਾਕਟਰ ਮਨਮੋਹਨ ਸਿੰਘ ਜਿਸ ਵੇਲੇ ਆਪਣੇ ਬਣੇ ਹੈ ਪ੍ਰਧਾਨ ਮੰਤਰੀ ਨਹੀਂ, ਵਿੱਤ ਮੰਤਰੀ ਹਾਂਜੀ, ਡਾਕਟਰ ਮਨਮੋਹਨ ਸਿੰਘ ਉਦੋਂ ਕਿਸੇ ਸਦਨ ਦੇ ਮੈਂਬਰ ਨਹੀਂ ਸੀਗੇ। ਉਹਨਾਂ ਨੂੰ ਬਾਅਦ ਦੇ ਵਿੱਚ ਫਿਰ ਰਾਜ ਸਭਾ 'ਚ ਲਿਆਂਦਾ ਗਿਆ ਸੀ। ਇਵੇਂ ਜਿਵੇਂ ਜੇ ਅਸੀਂ ਦੇਖੀਏ ਤਾਂ ਅਰੁਣ ਜੇਤਲੀ ਜੀ ਚੋਣ ਲੜਦੇ ਸੀ ਇੱਥੋਂ ਅੰਮ੍ਰਿਤਸਰ ਤੋਂ 2014 'ਚ ਕੈਪਟਨ ਅਮਰਿੰਦਰ ਸਿੰਘ ਤੋਂ ਹਾਰ ਗਏ, ਫਿਰ ਮੋਦੀ ਦੇ ਮੰਤਰੀ ਮੰਡਲ 'ਚ ਆਏ। ਕਿਉਂ ਬਣ ਗਏ? ਕਿਉਂਕਿ ਰਾਜ ਸਭਾ ਦੇ ਮੈਂਬਰ ਸੀ। ਇਹਦੇ 'ਚ ਪ੍ਰਬੰਧ ਹੈਗਾ ਕਿ ਜੇ ਤੁਸੀਂ ਮਤਲਬ ਕਿਸੇ ਵੀ ਸਦਨ ਦੇ ਮੈਂਬਰ ਨਹੀਂ ਚੁਣੇ, ਇਹ ਵਿਧਾਨ ਪਰਿਸ਼ਦ ਹੈਗੀ ਮੇਰੇ ਖਿਆਲ, ਨਹੀਂ ਵਿਧਾਨ ਪਰਿਸ਼ਦ ਮੇਰੇ ਖਿਆਲ ਹੈ ਨਹੀਂ ਬਣਾਉਣੀ, ਇਹਦੇ 'ਚ ਹੈਗੀ ਹੈ ਯੂਪੀ ਉੱਥੇ ਬਣਾਉਣ ਦੀ ਪ੍ਰਪੋਜ਼ਲ ਸੀ। ਤੁਸੀਂ ਵਿਧਾਨ ਪਰਿਸ਼ਦ ਦੇ ਹੋ ਜਾਂ ਲੈਜਿਸਲੇਟਿਵ ਅਸੈਂਬਲੀ ਦੇ ਹੋ, ਇਹ ਤੁਹਾਨੂੰ ਜਾਂ ਬਾਹਰੋਂ ਵੀ ਹੋਵੋ, ਮੈਂਬਰ ਹੋਣਾ ਤੁਹਾਨੂੰ ਜ਼ਰੂਰੀ ਹੈ। ਮੈਂਬਰ ਹੀ ਮੁੱਖ ਮੰਤਰੀ ਰਹਿ ਸਕਦਾ, ਲੇਕਿਨ ਜੇ ਕੋਈ ਦੋਨਾਂ ਸਦਨਾਂ ਦਾ ਮੈਂਬਰ ਨਾ ਹੋਵੇ ਤਾਂ 6 ਮਹੀਨਿਆਂ ਦੀ ਪ੍ਰੋਵੀਜ਼ਨ, ਉਹ 6 ਮਹੀਨਿਆਂ ਦੇ ਵਿੱਚ ਉਹਦਾ ਮੈਂਬਰ ਬਣਨਾ ਜ਼ਰੂਰੀ ਹੁੰਦਾ। 6 ਮਹੀਨਿਆਂ ਦੇ ਵਿੱਚ ਆਪਣੇ ਪੰਜਾਬ ਦੇ ਵਿੱਚ ਆਪਾਂ ਕਈ ਵਾਰੀ ਦੇਖਿਆ, ਸੁਖਬੀਰ ਬਾਦਲ ਡਿਪਟੀ ਮੁੱਖ ਮੰਤਰੀ ਬਣ ਗਿਆ ਸੀ, ਮੈਂਬਰ ਨਹੀਂ ਸੀ। ਇਹ ਹੁਣ ਮਮਤਾ ਬੈਨਰਜੀ ਕੋਲੇ ਆਪਸ਼ਨ ਹੈਗੀ ਹੈ, ਕੱਲ ਨੂੰ ਕਿਸੇ ਵੀ ਐਮਐਲਏ ਨੂੰ ਕਹਿੰਦੇ ਤੂੰ ਰਿਜ਼ਾਈਨ ਦੇ ਦੂਗਾ, 2 ਸੀਟਾਂ ਹਲੇ ਰਹਿੰਦੀਆਂ। ਜਦੋਂ ਮਮਤਾ ਬੈਨਰਜੀ ਨੇ ਐਡਾ ਮੋਰਚਾ ਫਤਿਹ ਕਰ ਲਿਆ, ਤੁਹਾਡਾ ਕੀ ਖਿਆਲ ਹੈ? ਮੁੱਖ ਮੰਤਰੀ ਇਲੈਕਸ਼ਨ ਲੜੂ ਤੇ ਹਾਰੂ, ਬਿਲਕੁਲ ਸਹੀ। ਹਾਰੀ ਤਾਂ ਉਹ ਨੰਦੀਗ੍ਰਾਮ ਤੋਂ ਵੀ ਨਹੀਂ, ਨੰਦੀਗ੍ਰਾਮ ਤੋਂ ਵੀ ਹੈ ਨਹੀਂ। ਉਹ ਤਾਂ ਸਿਰਫ ਕਿਉਂਕਿ ਉਹਨੇ ਸ਼ਿਵਿੰਦੂ ਅਧਿਕਾਰੀ ਨੇ ਕਹਿਤਾ ਸੀ ਕਿ ਜੇ 50,000 ਤੋਂ ਘੱਟ ਤੇ ਮੈਂ ਜਿੱਤਿਆ ਤਾਂ ਮੈਂ ਸਿਆਸਤ ਤੋਂ ਸੰਨਿਆਸ ਲੈ ਲੂੰ। ਹੁਣ ਇਹਨਾਂ ਕੋਲੇ ਰਹਿ ਕੁਛ ਨਹੀਂ ਗਿਆ ਜੀ। ਜਿਹੜੇ ਬੰਦੇ ਇਹਨਾਂ ਨੇ ਖੜੇ ਕੀਤੇ ਸੀ, ਬੱਬਲ ਸੁਪਰੀਆ ਵਰਗੇ, ਉਹ ਲੋਕਟ ਚੈਟਰਜੀ ਵਰਗੇ ਪਾਰਲੀਮੈਂਟ ਦਾ ਮੈਂਬਰ ਖੜੇ ਕਰਤੇ ਸੀ, ਵਜ਼ੀਰ ਖੜੇ ਕਰਤੇ ਸੀ ਕੇਂਦਰ ਦੇ, ਉਹ ਹਾਰ ਗਏ। ਇੱਕੋ ਇੱਕ ਇਕੱਲਾ ਉਹ ਸ਼ਿਵਿੰਦੂ ਅਧਿਕਾਰੀ ਰਹਿੰਦਾ ਵੀ ਜਿਹੜਾ ਮਮਤਾ ਬੈਨਰਜੀ ਨਾਲ ਲੜ ਸਕਦਾ, ਕਿਉਂਕਿ ਇਹਨਾਂ ਦੇ ਕੋਲ ਜਿਹੜੀਆਂ
80 ਤੋਂ ਥੋੜੀਆਂ ਜਿਹੀਆਂ ਘੱਟ ਸੀਟਾਂ ਆ ਗਈਆਂ। ਆਪੋਜੀਸ਼ਨ ਦਾ ਮਜ਼ਬੂਤ ਹੈ ਜੀ। ਔਰ ਮਜ਼ਬੂਤ ਆਪੋਜੀਸ਼ਨ ਵੈਸੇ ਸਿਹਤਮੰਦ ਡੈਮੋਕ੍ਰੇਸੀ ਵਾਸਤੇ ਬਹੁਤ ਵਧੀਆ ਹੈ। ਆਪੋਜੀਸ਼ਨ ਮਜ਼ਬੂਤ ਹੈ, ਇਸ ਵਾਸਤੇ ਇਹਨਾਂ ਨੂੰ ਇਹ ਹੈ ਵੀ ਸਾਨੂੰ ਜਿਹੜਾ ਹੈਗਾ ਇੱਕ ਚਾਹੀਦਾ ਹੈ ਤੇ ਇੱਕ ਉਹਨੂੰ ਕਿਤੇ ਸੰਨਿਆਸ ਨਾ ਲੈਣਾ ਪੈ ਜੇ। ਵੈਸੇ ਮੇਰੇ ਖਿਆਲ ਮੁਤਾਬਕ ਹੈ ਜਿੰਨੀ ਕੁ ਦੀ ਇਹਨਾਂ ਨੇ ਦਿਖਾਈ ਹੈ ਇਲੈਕਸ਼ਨ ਕਮਿਸ਼ਨ ਨੇ ਉਹਦੀ 1900 ਦੀ ਲੀਡ ਦਿਖਾਈ ਹੈ, ਉਹਨੂੰ ਸੰਨਿਆਸ ਤਾਂ ਲੈ ਲੈਣਾ ਚਾਹੀਦਾ, ਕਿੱਥੇ 50,000 ਤੇ ਕਿੱਥੇ 1900। ਇਸ ਕਰਕੇ ਉਹ 6 ਮਹੀਨਿਆਂ ਦੇ ਵਿੱਚ ਜਿਹੜੀਆਂ ਰਹਿੰਦੀਆਂ ਕੋਈ ਵੀ ਸੀਟ 6 ਮਹੀਨੇ ਤੋਂ ਬਾਅਦ ਖਾਲੀ ਨਹੀਂ ਰੱਖੀ ਜਾ ਸਕਦੀ। ਉਹ ਹੁਣ ਉੱਥੇ ਚੋਣਾਂ ਕਰਾਉਣੀਆਂ ਪੈਣੀਆਂ, ਉਹਨੇ ਜਿੱਤ ਜਾਣਾ। ਅੱਛਾ, ਇੱਕ ਚੀਜ਼ ਦੱਸੋ ਢਿੱਲੋਂ ਸਾਹਿਬ, ਹੁਣ ਮੈਂ ਵੇਖ ਰਿਹਾ ਸੀ ਕੱਲ ਦਾ ਕਾਫੀ ਕੁਛ ਆ ਰਿਹਾ। ਦੇਖੋ, ਰਾਜਨਾਥ ਸਭ ਤੋਂ ਪਹਿਲਾਂ ਮਮਤਾ ਬੈਨਰਜੀ ਨੂੰ ਵਧਾਈ ਦਿੰਦਾ ਹੈ। ਬਿਲਕੁਲ। ਆਮ ਲੋਕ ਕਹਿ ਰਹੇ ਨੇ ਕਿ ਮਮਤਾ ਨੇ ਦੇਸ਼ ਬਚਾ ਲਿਆ ਜੀ। ਹੁਣ ਇਹ ਵੀ ਚਰਚਾ ਉੱਠ ਪਈ ਹੈ ਕਿ ਮਮਤਾ ਨੂੰ ਯੂਪੀਏ ਦੀ ਕਮਾਂਡ ਦਿੱਤੀ ਜਾਵੇ। ਇਹ ਆਇਆ ਕਿ ਯੂਪੀਏ ਦੀ ਕਮਾਂਡ ਦਿੱਤੀ ਜਾਵੇ, ਕਿਉਂਕਿ ਮਮਤਾ ਨੇ, ਤੁਹਾਡੇ ਯਾਦ ਹੋਣਾ ਕਿ ਚਲਦੀ ਇਲੈਕਸ਼ਨ ਦੇ ਵਿੱਚ ਜੀ ਜਦੋਂ ਮਮਤਾ ਦੇ ਉੱਤੇ 4 ਚੁਫੇਰਿਓਂ ਹਮਲਾ ਹੋ ਗਿਆ ਸੀ, ਉਦੋਂ ਚਲਦੀ ਇਲੈਕਸ਼ਨ ਦੇ ਵਿੱਚ ਮਮਤਾ ਬੈਨਰਜੀ ਨੇ ਪ੍ਰਮੁੱਖ ਪਾਰਟੀਆਂ ਦੇ ਲੀਡਰਾਂ ਨੂੰ ਚਿੱਠੀ ਲਿਖੀ ਸੀ ਜੀ ਕਿ ਭਾਰਤੀ ਜਨਤਾ ਪਾਰਟੀ ਦੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਵਾਸਤੇ ਆਪੋਜੀਸ਼ਨ ਨੂੰ ਇਕਮੁੱਠ ਹੋਣਾ ਚਾਹੀਦਾ। ਹੋਰਾਂ ਤੇ ਤਾਂ ਕੋਈ ਅਸਰ ਨਹੀਂ ਹੋਇਆ ਕਿਉਂਕਿ ਸਾਰੇ ਆਪੋ ਆਪਣੀਆਂ ਇਲੈਕਸ਼ਨਾਂ ਦੇ ਵਿੱਚ ਉਲਝੇ ਹੋਏ ਸੀ, ਲੇਕਿਨ ਇੱਕ ਵਿਅਕਤੀ ਤੇ ਅਸਰ ਹੋਇਆ ਸੀ। ਉਹਦਾ ਨਾਂ ਹੈਗੇ ਆਪਣੇ ਸਿਨਹਾ ਸਾਹਿਬ ਜੀ, ਜਿਹੜੇ ਯਸ਼ਵੰਤ ਸਿਨਹਾ ਰਾਜਸਥਾਨ ਵਾਲੇ। ਜਸਵੰਤ ਸਿਨਹਾ ਰਾਜਸਥਾਨ ਵਾਲੇ ਨਹੀਂ ਜੀ, ਬਿਹਾਰ ਦੇ। ਬਿਹਾਰ ਦੇ ਜਸਵੰਤ ਸਿਨਹਾ, ਉਹ ਜਸਵੰਤ ਸਿੰਘ ਹੈ, ਸੌਰੀ। ਹਾਂਜੀ, ਉਹ IAS ਆਫੀਸਰ ਹੁੰਦੇ ਸੀ। ਫਿਰ ਉਹਨੇ ਪੋਲੀਟਿਕਸ ਜੁਆਇਨ ਕੀਤੀ। ਜਿਹੜੇ ਆਪਣੇ ਅਟਲ ਬਿਹਾਰੀ ਵਾਜਪਾਈ ਪਹਿਲੇ ਪ੍ਰਾਈਮ ਮਿਨਿਸਟਰ ਬਣਦੇ, ਉਹਨਾਂ ਦੀ ਮਿਨਿਸਟਰੀ ਦੇ ਵਿੱਚ, ਪਹਿਲੀ ਦੂਜੀ ਮਿਨਿਸਟਰੀ ਦੇ ਵਿੱਚ ਉਹ ਵਜ਼ੀਰ ਵੀ ਸੀਗੇ ਔਰ ਬੜਾ ਵੱਡਾ ਚਿਹਰਾ ਭਾਰਤੀ ਜਨਤਾ ਪਾਰਟੀ। ਬਿਲਕੁਲ। ਉਹਨਾਂ ਦਾ ਇੱਕ ਆਪਣਾ ਮੰਚ ਬਣਿਆ ਹੋਇਆ ਸੀ, ਸਵਰਾਜ ਮੰਚ ਕੇ ਕੁਛ ਇਹੋ ਜਿਹਾ ਬਣਿਆ ਹੋਇਆ ਸੀ ਜੀ। ਉਹਨਾਂ ਨੇ ਉੱਥੋਂ ਅਸਤੀਫਾ ਦਿੱਤਾ ਤੇ ਸਿੱਧੀ ਉਹਨਾਂ ਨੇ TMC ਜੁਆਇਨ ਕੀਤੀ ਜੀ। TMC ਜੁਆਇਨ ਕਰਨ ਦਾ ਮਤਲਬ ਵੀ ਉਹਨਾਂ ਦਾ ਇਹ ਸੀ, ਉਹਨਾਂ ਦੀ ਮੈਂ ਇੰਟਰਵਿਊ ਸੁਣੀ ਸੀ ਇੱਕ, ਕਿ ਮੈਂ ਇਸ ਕਰਕੇ TMC ਜੁਆਇਨ ਕੀਤੀ ਹੈ ਕਿ ਮਮਤਾ ਬੈਨਰਜੀ ਇਕੱਲੀ ਪੈ ਗਈ ਜੀ, ਉਹਨੂੰ ਇਸ ਵੇਲੇ ਮਦਦ ਦੀ ਲੋੜ ਹੈ ਤੇ ਡੈਮੋਕ੍ਰੇਸੀ ਦੀ ਡਿਮਾਂਡ ਹੈ ਕਿ ਮੈਂ ਉਹਦੀ ਮਦਦ ਤੇ ਖੜਾ ਹੋ ਜਾਵਾਂ। ਵੱਡਾ ਚਿਹਰਾ ਹੈ ਬੰਦਾ, ਜਦੋਂ ਬੋਲਦਾ, ਪ੍ਰੈਸ ਕਾਨਫਰੰਸ ਕਰਦਾ, ਮੀਡੀਆ ਵੀ ਗੱਲ ਸੁਣਦਾ, ਉਹਦੀ ਗੱਲ ਸੁਣਦਾ ਤੇ ਉਹ ਗੱਲ ਆਉਂਦੀ, ਉਹ ਹੋਇਆ। ਹੁਣ ਇਵੇਂ ਜਿਵੇਂ ਇਹ ਗੱਲ ਚੱਲ ਪਈ ਹੈ ਕਿ ਇਹ ਤੋਂ ਬਾਅਦ ਹੋਵੇ ਕੀ, ਇਹ ਗੱਲ ਠੀਕ ਹੈ ਕਿ ਇਸ ਵੇਲੇ ਆਪੋਜੀਸ਼ਨ ਦੇ ਵਿੱਚੋਂ ਸਭ ਤੋਂ ਮਜ਼ਬੂਤ ਲੀਡਰ ਦੇ ਤੌਰ ਤੇ ਜੇ ਕੋਈ ਉੱਭਰਿਆ ਤਾਂ ਮਮਤਾ ਬੈਨਰਜੀ। ਲੇਕਿਨ ਮਮਤਾ ਬੈਨਰਜੀ ਦੇ ਯਾਦ ਰੱਖੋ ਕਿ ਬੰਗਾਲ ਛੱਡਣਾ ਉਹਦੇ ਲਈ ਖਾਲਾ ਜੀ ਦਾ ਵਾੜਾ ਨਹੀਂ ਹੈ, ਕਿਉਂਕਿ BJP ਬਹੁਤ ਮਜ਼ਬੂਤ ਹੋਈ ਹੈ। ਤਿੰਨਾਂ ਤੋਂ ਇਹ 17-75 ਤੇ ਆਈ ਹੈ, ਉਹਨੂੰ ਵੱਧ ਜ਼ੋਰ ਦੇਣਾ ਪੈਣਾ। ਉਹਨੂੰ ਜਿਹੜੀ ਹੈਗੀ ਉੱਥੇ ਠਿੱਠ ਬਹੁਤ ਕਰਨਗੇ, ਕੇਂਦਰ ਦੇ ਵਿੱਚ ਉਹਨਾਂ ਦੀ ਵਜ਼ੀਰ ਹੈ, ਉੱਥੇ ਉਹਨੂੰ ਠਿੱਠ ਕਰਨਗੇ। ਜੇ ਉਹ ਆਪਦੇ ਭਤੀਜੇ ਨੂੰ ਉੱਥੇ ਚੀਫ ਮਿਨਿਸਟਰ ਬਣਾਉਂਦੀ ਹੈ ਤਾਂ ਕੰਮ ਖਿਲਰ, ਉਹਦਾ ਵਿਰੋਧ ਹੋ ਜਾਣਾ, ਕੰਮ ਖਿਲਰ ਜਾਣਾ, ਔਰ ਇਹਨਾਂ ਨੇ ਉਹਦੇ ਵਿੱਚ ਦਲਬਦਲੀ ਕਰਾਉਣੀ ਹੈ। ਇਸ ਕਰਕੇ ਆਪਣੇ ਖੇਮੇ ਨੂੰ ਬਰਕਰਾਰ ਰੱਖਣ ਵਾਸਤੇ ਉਹਦਾ ਰਹਿਣਾ ਜ਼ਰੂਰੀ ਹੈ। ਹਾਂ, UPA ਦੀ ਚੇਅਰਪਰਸਨ ਬਣਾਉਣ ਦੀ ਗੱਲ ਕਰਦੇ ਆ, 2 ਬੰਦੇ ਇਹਨਾਂ ਦੇ ਕੋਲ। UPA ਦੀ ਚੇਅਰਪਰਸਨ ਬਣ ਸਕਦੀ ਹੈ ਆਪਣੀ ਬੀਬੀ ਮਮਤਾ ਬੈਨਰਜੀ ਜਾਂ ਸ਼ਰਦ ਪਵਾਰ। ਪਰ ਇੱਥੇ ਫਿਰ ਸਮੱਸਿਆ ਆ ਗਈ ਕਿਉਂਕਿ ਮਮਤਾ ਬੈਨਰਜੀ ਦੀ ਪ੍ਰੋਬਲਮ ਜਿਹੜੀ ਹੈ ਬੰਗਾਲ ਦੀ ਕਾਂਗਰਸ ਨਾਲ ਵੀ ਹੈ। ਬੇਸ਼ੱਕ ਖੱਬੇ ਪੱਖੀ ਜਿਹੜੇ ਹੈਗੇ ਪੂਰੀ ਤਰ੍ਹਾਂ ਹੁੰਜੇ ਗਏ, ਇੱਕ ਵੀ ਸੀਟ। ਪਰ ਗੱਲ ਇਹ ਨਾ ਕਾਂਗਰਸ ਦੀ ਆਪਾਂ ਮੰਨ ਲਿਆ ਵੀ ਸੋਨੀਆ ਗਾਂਧੀ UPA ਦੀ ਪ੍ਰੈਜ਼ੀਡੈਂਟ ਹੈ, ਪਰ ਜੇ ਅੱਜ ਦੀ ਘੜੀ ਦੇਖੀਏ, ਇੱਕ ਮਿੰਟ, ਕਾਂਗਰਸ ਉੱਥੇ ਹੈ ਨਹੀਂ ਤੇ ਕਾਂਗਰਸ ਤਾਂ ਖਿੱਲਰਦੀ ਜਾਂਦੀ ਹੈ। UPA ਦੇ ਹੋਰ ਮੈਂਬਰ ਵੀ ਤਾਂ ਹੁਣ ਉਹ ਕਹਿ ਸਕਦੇ ਵੀ ਇਹਨੂੰ ਲਾਈਏ ਅੱਗੇ। ਸਵਾਲ ਤਾਂ ਇਹ ਨਾ ਵੀ ਅੱਗੇ UPA ਦੇ ਮੈਂਬਰ ਸਾਰੇ ਨਹੀਂ ਨਾ ਆਉਂਦੇ, ਕਿਉਂਕਿ 36 ਦਾ ਅੰਕੜਾ ਕੰਘਿਆਂ ਨਾਲ ਉਹਦਾ ਕਾਂਗਰਸ ਨਾਲ ਆਪਣੀ ਸਟੇਟ 'ਚ ਆ ਗਿਆ, ਕਾਮਰੇਡਾਂ ਨਾਲ ਆ ਗਿਆ। ਹੁਣ ਕਿਆ ਕਾਮਰੇਡਾਂ ਨੂੰ ਤੁਸੀਂ ਉੱਥੋਂ ਛੱਡ ਦਿਓ, ਤੁਸੀਂ ਕੇਰਲਾ ਨੂੰ ਕਿਵੇਂ ਨਜ਼ਰਅੰਦਾਜ਼ ਕਰੋਗੇ? ਨਹੀਂ ਕਰ ਸਕਦੇ। ਬਾਕੀ ਤੁਸੀਂ ਕਿਵੇਂ ਕਰੋਗੇ? ਇਹ ਉੱਥੇ ਆ ਗਿਆ। ਜੇ UPA ਦਾ ਚਿਹਰਾ ਜਿਹੜਾ ਹੈਗਾ ਇਸ ਵੇਲੇ UPA ਦੇ ਚੇਅਰਪਰਸਨ ਦਾ ਬਣਾਉਣ ਵਾਲਾ ਬੰਦਾ ਕੋਈ ਹੈ ਸਭ ਤੋਂ ਵਧੀਆ, ਉਹ ਸ਼ਰਦ ਪਵਾਰ। ਅੱਜ ਦੀ ਘੜੀ ਸ਼ਰਦ ਪਵਾਰ ਦੇ ਵਿੱਚ ਇੰਨੀ ਕੁ ਕਪੈਸਿਟੀ ਹੈਗੀ ਹੈ ਕਿ ਉਹ ਸਾਰਿਆਂ ਨੂੰ ਇਕੱਠੇ ਕਰ ਸਕਦੇ। ਜੇ ਸਾਰੀ ਕਾਂਗਰਸ ਇਕੱਠੀ ਕਰਨੀ ਹੈ ਤਾਂ ਕਾਂਗਰਸ ਦੇ ਜੇ ਹੁਣ ਆਪਾਂ ਦੇਖੀਏ, ਮਮਤਾ ਬੈਨਰਜੀ ਕਾਂਗਰਸ 'ਚੋਂ ਗਈ ਹੈ, ਸ਼ਰਦ ਪਵਾਰ ਕਾਂਗਰਸ 'ਚੋਂ ਬਾਹਰ ਨਿਕਲਿਆ, ਜਗਨ ਮੋਹਨ ਰੈਡੀ ਜਿਹੜਾ ਆਂਧਰਾ ਪ੍ਰਦੇਸ਼ ਵਾਲਾ ਉਹ ਕਾਂਗਰਸ 'ਚੋਂ ਬਾਹਰ ਗਿਆ। ਅੱਜ ਵੀ ਜੇ ਕਾਂਗਰਸ ਦਾ ਸਾਰਾ ਪਰਿਵਾਰ ਇਕੱਠਾ ਹੁੰਦਾ ਤਾਂ ਇੱਕ ਸ਼ਕਤੀ ਬਣਦੀ ਹੈ। ਪਰ ਸਵਾਲ ਹੈ ਕਿ ਲੀਡਰ ਕੌਣ ਹੋਵੇ? ਸੋਨੀਆ ਗਾਂਧੀ ਦਾ ਪਰਿਵਾਰ ਜਿਹੜਾ ਲੀਡਰ ਛੱਡਣ ਨੂੰ ਤਿਆਰ ਨਹੀਂ। ਸੋਨੀਆ ਗਾਂਧੀ ਆਪ ਬਿਮਾਰ ਹੈ, ਉਹ ਆਪਦੇ ਮੁੰਡੇ ਨੂੰ ਲੀਡਰ ਬਣਾਉਂਦੀ ਹੈ। ਮੁੰਡਾ ਲੀਡਰ ਜਿਹੜਾ ਹੈਗਾ ਉਹ ਬਣਨ ਦੀ ਸਮਰੱਥਾ ਨਹੀਂ ਰੱਖਦਾ। ਕੁੜੀ ਨੂੰ ਬਣਾਉਂਦੀ ਨਹੀਂ, ਕੁੜੀ ਨੂੰ ਨਹੀਂ ਬਣਾਉਂਦੀ ਆ ਤਾਂ ਜਵਾਈ ਅੰਦਰ ਜਾਂਦਾ। ਜਵਾਈ ਇਹੋ ਜਿਹਾ ਹੈਗਾ, ਉਹਨੇ ਪੰਗੇ ਵਾਲੇ ਪਾਏ ਵੇ। ਇਸ ਕਰਕੇ ਮਤਲਬ ਜਿਹੜੀ ਹੈਗੀ UPA ਦਾ ਚੇਅਰਪਰਸਨ ਦਾ ਵਧੀਆ ਰਹੂਗਾ ਸ਼ਰਦ ਪਵਾਰ। ਪਰ ਗੱਲ ਕੀ ਹੈ ਕਿ UPA ਦੀ ਮੇਨ ਜਿਹੜੀ ਹੈਗੀ ਹੈ, ਜਿਹਨੂੰ ਆਪਾਂ ਕਹਾਂਗੇ ਨੀਤੀ ਕਾੜਾ, ਨੀਤੀ ਕਾੜੇ ਦੀ ਭੂਮਿਕਾ ਇਹਨੂੰ ਨਿਭਾਉਣੀ ਪੈਣੀ, ਜਾਂ ਮਮਤਾ ਬੈਨਰਜੀ ਨੂੰ ਥੋੜਾ ਜਿਹਾ ਆਪਦਾ ਸੁਭਾਅ ਦੇ ਵਿੱਚ ਚੇਂਜ ਲਿਆਉਣੀ ਪਊਗੀ, ਔਰ ਨਾਲ ਦੂਜਿਆਂ ਨੂੰ ਵੀ ਚੇਂਜ ਲਿਆਉਣੀ ਪੈਣੀ। ਕਿਉਂਕਿ ਕੱਲ ਦਾਨੇ ਵਾਲੇ ਸਾਹਿਬ ਆਪਾਂ ਨੂੰ ਨੋਟ ਕਰ ਲਓ ਤੁਸੀਂ, ਐਤਕੀ ਬੰਗਾਲ ਦੇ ਵਿੱਚ ਸੋਨੀਆ ਗਾਂਧੀ ਨੇ, ਪ੍ਰਿੰਕਾ ਗਾਂਧੀ ਨੇ, ਰਾਹੁਲ ਗਾਂਧੀ ਨੇ ਕੰਪੇਨ ਨਹੀਂ ਕੀਤੀ, ਬਿਲਕੁਲ ਨਹੀਂ ਕੀਤੀ।
ਉਹਨਾਂ ਦਾ ਕੰਪੇਨ ਨਾ ਕਰਨ ਦਾ ਵੀ ਮੇਰੇ ਖਿਆਲ ਮੁਤਾਬਕ ਇੱਕ ਟੈਕਟੀਕਲ ਜਿਹੜੀ ਅਪਰੋਚ ਸੀ। ਅਪਰੋਚ ਸੀਗੀ ਵੀ ਜੇ ਅਸੀਂ ਜਾਣਦੇ ਹਾਂ ਜੇ ਉਹ ਵੋਟਾਂ ਤੋੜਦੇ ਤਾਂ ਨੁਕਸਾਨ ਮਮਤਾ ਦਾ ਹੋਣਾ। ਨੁਕਸਾਨ ਮਮਤਾ ਦਾ ਹੋਣਾ ਸੀ। ਜਦੋਂ ਹੁਣ ਉਹਨਾਂ ਨੇ ਠੀਕ ਹੈ ਖੱਬੇ ਪੱਖੀ ਨਾਲ ਸਮਝੌਤਾ ਕਰ ਲਿਆ, ਪਰ ਕਈ ਵਾਰੀ ਚੁੱਪ ਕਰਕੇ ਮਦਦ ਕੀਤੀ ਜਾ ਸਕਦੀ। ਚੁੱਪ ਕਰਕੇ ਮਦਦ ਕੀਤੀ ਜਾ ਸਕਦੀ। ਆਪਾਂ ਇੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਵੀ ਕੀਤਾ ਸੀ ਉਹ ਕਿ ਬਹੁਤ ਉਹ ਇੱਕ ਫਰੈਂਡਲੀ ਮੈਚ ਹੈ। ਉਹਨਾਂ ਨੇ ਆਪਣੀਆਂ ਵੋਟਾਂ ਸੰਭਾਲੀਆਂ ਵੀ ਜੇ ਆਪਾਂ ਨਾ ਖੜੇ ਹੋਏ, ਆਪਾਂ ਇਹਨਾਂ ਨਾਲ ਸਿੱਧੀ ਗੱਲ ਕਰਦੇ ਹਾਂ ਤਾਂ ਪਹਿਲਾਂ ਵੀ ਹੁਣ ਵੀ ਤੁਸੀਂ ਦੇਖੋ ਕਿ ਮਮਤਾ ਬੈਨਰਜੀ ਦਾ ਵੋਟ ਬੈਂਕ ਤਾਂ ਉੱਥੇ ਖੜੋਤਾ ਵਧਿਆ ਸਗੋਂ ਉਹਦਾ ਤਾਂ 48% ਤੋਂ ਉੱਪਰ ਵਧ ਗਿਆ। 48% ਵੋਟਾਂ ਅੱਜ ਤੱਕ ਕਿਸੇ ਨੂੰ ਨਹੀਂ ਪਈਆਂ, 22 23 25 ਹੁੰਦੀਆਂ। ਹਾਂ 48% ਤੱਕ ਉਹਦੀਆਂ ਵੋਟਾਂ ਚਲੀਆਂ ਗਈਆਂ। ਬੀਜੇਪੀ ਦੀਆਂ ਵੋਟਾਂ ਜਿਹੜੀਆਂ ਹੈਗੀਆਂ, ਬੀਜੇਪੀ ਦੀਆਂ ਵੋਟਾਂ ਉਨੀਆਂ ਕੀ ਹੈ, ਸੀਟਾਂ ਉਨੀਆਂ ਕਹਾਂਗੇ ਜਿੰਨੀਆਂ ਖੱਬੇ ਪੱਕੀਆਂ ਦੀਆਂ ਤੇ ਕਾਂਗਰਸੀਆਂ ਕਹਾਂਗੇ। ਨਹੀਂ ਤਾਂ ਇਹਨਾਂ ਦੀਆਂ ਤਿੰਨ ਚਾਰ ਹੀ ਸੀ। ਤਿੰਨ ਇਹਨਾਂ ਦੀਆਂ ਸੀ, ਇੱਕ ਦੋ ਮੇਰਾ ਖਿਆਲ ਉਹਨਾਂ ਦੀਆਂ ਗੋਰਖਾ ਨੈਸ਼ਨਲ। ਹਾਂਜੀ ਅੱਜ ਜੇ ਹੁਣ ਇਹਨਾਂ ਦੀਆਂ 70-75 ਹੋ ਗਈਆਂ ਤੇ 70-75 ਉਹਨਾਂ ਦੇ ਮਤਲਬ ਉਹ ਜ਼ੀਰੋ ਹੋ ਗਏ, ਬੋਝੇ ਚੋਂ ਨਿਕਲ ਕੇ ਤੇ ਨਾਲ ਚ ਪੈ ਗਏ। ਹੈ ਤਾਂ ਗੱਲ ਤਾਂ ਉੱਥੇ ਗੱਲ ਇਹੀ ਹੈ ਵੀ ਉਹ ਇਹਦੇ ਹੱਕ 'ਚ ਤਾਂ ਗਏ ਨਹੀਂ। ਹਾਂ ਠੀਕ ਹੈ, ਉਹ ਜਿਹੜੇ ਲਿਬਰਲ ਜੇ ਲੋਕ ਸੀ ਉਹ ਤਾਂ ਮਮਤਾ ਕਰਨੀ ਚਲੇ ਗਏ, ਜਿਹੜੇ ਕੱਟੜ ਸੀ ਉਹ ਇੱਧਰ ਪਾ ਗਏ। ਨਹੀਂ ਦੇਖੋ, ਜੇ ਉਹ ਕਾਂਗਰਸ ਪਾਰਟੀ ਔਰ ਖੱਬੇ ਪੱਖੀ ਪੂਰੀ ਤਨਦੇਹੀ ਨਾਲ ਲੜਦੇ ਤਾਂ ਮੁਸਲਿਮ ਵੋਟ ਬੈਂਕ ਦੇ ਵਿੱਚ ਉਹਨਾਂ ਨੇ ਸੰਨ ਲਾਉਣੀ ਸੀ। ਪਰ ਇਹ ਮੈਂ ਕਹੂੰਗਾ ਮੁਸਲਮਾਨਾਂ ਦੀ ਵੀ ਸਿਆਣਪ ਹੈ। ਮੁਸਲਮਾਨ ਐਤਕੀ ਨਾ ਖੱਬੇ ਪੱਖੀਆਂ ਨੂੰ ਨਾ ਉਧਰ ਗਏ। ਉਹਨਾਂ ਦੀ ਟੈਕਟੀਕਲ ਅੰਡਰਸਟੈਂਡਿੰਗ ਸੀ। ਟੈਕਟੀਕਲ ਅੰਡਰਸਟੈਂਡਿੰਗ ਦੇ ਚੱਲਦਿਆਂ ਹੀ ਮਮਤਾ ਬੈਨਰਜੀ ਦਾ ਕਿਲਾ ਬਚੇ। ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਆਪਾਂ ਇਸ ਗੱਲ ਕਹਿ ਸਕਦੇ ਕਿ ਮਮਤਾ ਨੇ ਦੇਸ਼ ਬਚਾ ਲਿਆ। ਹਾਂ ਬਿਲਕੁਲ ਬਚਾਇਆ। ਮਮਤਾ ਬੰਗਾਲ ਨੇ ਦੇਸ਼ ਬਚਾ ਲਿਆ। ਬੰਗਾਲ ਨੇ ਦੇਸ਼ ਬਚਾ ਲਿਆ। ਅਗਵਾਈ ਮਮਤਾ ਨੇ ਕੀਤੀ। ਬੰਗਾਲ ਨੇ ਦੇਸ਼ ਬਚਾ ਲਿਆ। ਜੇ ਬੰਗਾਲ ਵਾਲਾ ਕਿਲਾ ਵੀ ਟੁੱਟ ਜਾਂਦਾ ਤੇ ਫਿਰ ਤੁਸੀਂ ਇਹ ਦੇਖੋ ਕਰਨੀ ਕੀ ਸੀ। ਸਭ ਤੋਂ ਪਹਿਲੀ ਗੱਲ ਤਾਂ ਫਿਰ ਜਿਹੜਾ ਸਿੰਘੂ ਬਾਰਡਰ ਤੇ ਡਾਂਗ ਫੇਰਨੀ ਸੀ। ਉੱਥੇ ਡਾਂਗ ਫੇਰਨੀ ਸੀ। ਹੁਣ ਡਾਂਗ ਤਾਂ ਹੁਣ ਵੀ ਫੇਰ ਸਕਦੇ ਆ, ਕਿਉਂਕਿ ਜੇ ਆਪਾਂ ਦੇਖੀਏ ਸਰਕਾਰ ਤਾਂ ਦੋ ਬੰਦੇ ਚਲਾਉਂਦੇ ਆ, ਅਦਾਨੀ ਤੇ ਅੰਬਾਨੀ। ਉਹ ਤਾਂ ਜਹਾਜ਼ ਲੈ ਕੇ ਭੱਜ ਗਏ ਕਹਿੰਦੇ। ਉਹ ਤਾਂ ਵੈਸੇ ਭੱਜ ਗਏ ਨਾ, ਉਹ ਤਾਂ ਭੱਜ ਗਏ ਕਿ ਕਰੋਨੇ ਤੋਂ ਡਰਦੇ ਆ। ਅੱਛਾ ਉਹ ਨਹੀਂ ਗਏ, ਕਰੋਨਾ ਤੋਂ ਡਰਦੇ ਗਏ। ਜਿੰਨੇ ਅਮੀਰ ਆ ਭਾਰਤ ਦੇ ਸਾਰੇ ਚਲੇ ਗਏ। ਇੰਨੇ ਨਾਲ ਤਾਂ ਲਾਲਾ ਹੋ ਕੇ ਸ਼ੇਅਰ ਬਾਜ਼ਾਰ ਤਾਂ ਡਿੱਗ ਪੈਣਾ ਵੀ ਭੱਜ ਗਏ। ਉਹ ਗੱਲ ਤਾਂ ਉਹਨਾਂ ਨੂੰ ਫਿਰ ਇੰਨਾ ਕਿ ਉਹਨਾਂ ਨੂੰ ਕੀ ਫਰਕ ਪੈਂਦਾ, ਸ਼ੇਅਰ ਬਾਜ਼ਾਰ ਡਿੱਗ ਪਏ। ਉਹ ਤਾਂ ਅਗਲੇ ਕਹਿੰਦੇ ਅਸੀਂ ਕਿਤੇ ਸਾਡਾ ਨਾ ਕੋਈ ਜਾਨੀ ਨੁਕਸਾਨ ਹੋ ਜਾਏ, ਪਰਿਵਾਰ ਦਾ ਨਾ ਜਾਨੀ ਨੁਕਸਾਨ ਹੋ ਜਾਏ। ਔਰ ਜਿਹੜਾ ਜੇ ਜਾਨੀ ਨੁਕਸਾਨ ਹੋ ਰਿਹਾ ਹੈ ਤੇ ਜਾਨੀ ਨੁਕਸਾਨ ਦਾ ਜ਼ਿੰਮੇਵਾਰ ਕੌਣ ਹੈ? ਇਹ ਤਾਂ ਉਹਨਾਂ ਦਾ ਬਣਾਇਆ ਹੋਇਆ ਪ੍ਰਧਾਨ ਮੰਤਰੀ ਹੈ। ਜਿਹੜੇ ਪ੍ਰਧਾਨ ਮੰਤਰੀ ਨੇ ਕਰੋਨਾ ਵਰਗੀ ਮਹਾਮਾਰੀ ਨੂੰ ਨੋਟ ਨਹੀਂ ਕੀਤਾ, ਜਿਹੜੀ ਉਹਦੀ ਰਿਸਪੌਂਸਿਬਿਲਿਟੀ ਬਣਦੀ ਸੀ ਇਹਨੂੰ ਕਾਬੂ ਕਰਨਾ ਸੀ, ਤਾਂ ਬੰਗਾਲ 'ਚ ਤੁਰਿਆ ਫਿਰਦਾ ਸੀ। ਇਸ ਕਰਕੇ ਬੰਗਾਲ ਦੀ ਬਹੁਤ ਵੱਡੀ ਭੂਮਿਕਾ ਆਪਾਂ ਕਹਾਂਗੇ ਦੇਸ਼ ਨੂੰ ਬਚਾਉਣ ਵਿੱਚ ਬਹੁਤ ਵੱਡੀ। ਜਿਹੜੀ ਬੰਗਾਲੀਆਂ ਨੇ ਜਿਸ ਸਿਆਣਪ ਦੇ ਨਾਲ ਇਹ ਫੈਸਲਾ ਦਿੱਤਾ ਹੈ, ਡੈਮੋਕ੍ਰੇਸੀ ਦੇ ਵਿੱਚ ਦੇਖੋ ਦੋ ਸਟੇਟਾਂ ਹੈ, ਜਾਂ ਬੰਗਾਲ ਤੇ ਜਾਂ ਕੇਰਲਾ, ਜਿਨ੍ਹਾਂ ਨੇ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਅਸੀਂ ਉਹਨਾਂ ਦੀ ਦੇਖੀਏ 10 ਸਾਲਾਂ ਕੇ 15 ਸਾਲਾਂ ਬਾਅਦ ਆ ਰਹੇ ਹੈ ਤਾਮਿਲਨਾਡੂ 'ਚ। ਔਰ ਇਹ ਉਸ ਵੇਲੇ ਆ ਰਹੇ ਹੈ ਜਦੋਂ ਕੋਈ ਵੱਡੀ ਸ਼ਖਸੀਅਤ ਹੈ ਨਹੀਂ। ਤਾਂ ਤੁਹਾਡਾ ਕਰੁਣਾਨਿਧੀ ਵੀ ਹੈ ਨਹੀਂ ਗਾ, MGR ਵੀ ਹੈ। ਤਾਂ ਤਾਮਿਲਨਾਡੂ ਵਾਲਿਆਂ ਨੇ ਵੀ ਡੈਮੋਕ੍ਰੇਸੀ ਦੀ ਬਿਲਕੁਲ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਉੱਥੇ ਪਤਾ ਸੀ, ਉੱਥੇ ਉਹ ਮਜ਼ਬੂਤ ਸੀ, ਇਹਨਾਂ ਨੂੰ ਪਤਾ ਸੀ ਸਾਡੇ ਪੈਰ ਨਹੀਂ ਲੱਗਣੇ। ਇੱਥੇ ਜ਼ੋਰ ਲਾਇਆ ਹੋਇਆ ਸੀ 2000। ਪਰ ਦੇਖੋ ਵਾਇਨਾਡ ਦੇ ਵਿੱਚ ਆਪਦਾ ਹਾਰ ਗਿਆ ਇਹ ਰਾਹੁਲ ਗਾਂਧੀ। ਉਹ ਤਾਂ ਗੱਲ ਕਰਦੇ, ਉਹ ਸਾਰੇ ਹੀ ਹਾਰਨ ਵਾਲੀ ਗੱਲ ਸੀ ਨਾ, ਕਿਉਂਕਿ ਉੱਥੇ ਚੱਲੀ ਨਹੀਂ, ਗੱਲ ਨਹੀਂ ਚੱਲੀ। ਉੱਥੇ ਤਾਂ ਰਿਪੀਟ ਕਰ ਗਈ। ਹੁਣ ਕਿਉਂ ਉਹਦਾ ਕਾਰਨ ਹੈ ਕੇਰਲਾ 'ਚ। ਚਲੋ ਕੇਰਲਾ ਵਾਲੀ ਆਪਾਂ ਗੱਲ ਕਰ ਲੈਂਦੇ ਹਾਂ। ਕੇਰਲਾ ਦਾ ਕਾਰਨ ਇਹ ਹੈ ਕਿ ਸਭ ਤੋਂ ਪਹਿਲਾਂ ਕਰੋਨਾ ਦਾ ਪੇਸ਼ੈਂਟ ਕੇਰਲਾ 'ਚ ਆਇਆ ਸੀ। ਲੇਕਿਨ ਕਰੋਨਾ ਦੀ ਬਿਮਾਰੀ ਨੂੰ ਜਿਸ ਢੰਗ ਦੇ ਨਾਲ ਕੇਰਲਾ ਵਾਲਿਆਂ ਨੇ ਕੰਟਰੋਲ ਕੀਤਾ ਜੀ, ਉਹਨਾਂ ਨੇ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਦੇ ਦੇਸ਼ ਦੇ ਆਪਦੀ ਸਟੇਟ ਦੇ ਵਿੱਚ ਕਾਬੂ ਕੀਤਾ ਸੀ। ਤੇ ਅੱਜ ਵੀ ਕੇਰਲਾ ਦੀ ਹਾਲਤ ਬਾਕੀ ਦੇਸ਼ ਨਾਲੋਂ ਵਧੀਆ ਜੀ। ਔਰ ਕੇਰਲਾ ਦੇ ਲੋਕ ਬਹੁਤ ਪੜ੍ਹੇ ਲਿਖੇ ਹੈ। ਤੁਸੀਂ ਦੇਖੋ ਵਿਦੇਸ਼ਾਂ ਦੇ ਵਿੱਚ ਸਭ ਤੋਂ ਵੱਧ ਜਿਹੜੀ ਹੈਗੀ ਹੈ ਕੇਰਲਾ ਦੇ ਲੋਕਾਂ ਦੀ ਹੀ ਗਿਣਤੀ ਹੈ। ਉਧਰੋਂ ਜਿਹੜੇ ਹੈਗੇ ਆ ਫੋਰਨ ਕਰੰਸੀ ਬਣਾਉਂਦੇ, ਉਹ ਲੈ ਕੇ ਆਉਂਦੇ। ਸਾਖਰਤਾ ਦੀ ਦਰ ਜਿਹੜੀ ਕੇਰਲਾ ਸਭ ਤੋਂ ਨੰਬਰ 1 ਦੇ ਤੇ। ਜਿਹੜੀ ਕੇਰਲਾ ਦੀ ਹੈਲਥ ਮਿਨਿਸਟਰ ਸੀ ਉਹ ਟੀਚਰ ਹੁੰਦੀ ਸੀ ਕੁੜੀ। ਔਰ ਮੇਰੇ ਉਹਨਾਂ ਦਿਨਾਂ ਦੇ ਵਿੱਚ ਮੈਂ ਵੈਬਸਾਈਟਾਂ ਦੇ ਉੱਤੇ ਰਿਪੋਰਟਾਂ ਪੜ੍ਹਦਾ ਰਿਹਾ, ਉਹ ਸੌਂਦੀ ਨਹੀਂ ਸੀ ਰਾਤ ਨੂੰ। ਸਾਡੇ ਤਾਂ ਇੱਥੇ ਮਤਲਬ ਜਿਹੜਾ ਹੈਗਾ ਜਦੋਂ ਦਿਨ ਛਿਪ ਜਾਂਦਾ ਤੇ ਚਾਹੇ ਕਿਸੇ ਵੀ ਪਾਰਟੀ ਦੇ ਹੁਣ ਮਾਰ ਕੇ 2-2 3-3 ਹਾੜੇ ਤੇ ਘਰਾੜੇ ਮਾਰਨ ਲੱਗ ਜਾਂਦੇ। ਉਹ ਰਾਤਾਂ ਨੂੰ ਤੁਰੀ ਫਿਰਦੀ ਸੀ, ਹਸਪਤਾਲ ਚੈੱਕ ਕਰਦੀ ਹੁੰਦੀ ਸੀ ਕਿਤੇ ਦਵਾਈ ਦੀ ਘਾਟ ਹੈ, ਕਿੱਥੇ ਕੀ ਹੈ, ਕੀ ਸਾਰਾ ਮਾਮਲਾ ਉਹਨਾਂ ਨੇ ਕੰਟਰੋਲ ਕੀਤਾ। ਔਰ ਇਹੀ ਕਾਰਨ ਹੈ ਕਿ ਦੁਬਾਰਾ ਫੇਰ ਜਿਹੜੀ ਹੈ ਦੋ ਇਤਿਹਾਸ ਰਚੇ ਐਤਕੀ ਕਾਮਰੇਡਾਂ ਨੇ। ਇੱਕ ਤਾਂ ਆਪਾਂ ਬੰਗਾਲ ਦੀ ਗੱਲ ਕਰ ਲਈ ਵੀ ਜਿਵੇਂ 0 ਆਂਡਾ ਹੋ ਗਿਆ, ਜਿੱਥੇ 3 ਦਹਾਕਿਆਂ ਤੋਂ ਵੱਧ ਰਾਜ ਭਾਗ ਕੀਤਾ ਹੋਵੇ। 2 ਰਿਕਾਰਡ ਕਾਇਮ ਕਰਤੇ ਤੇ 3 ਦਹਾਕੇ ਮਤਲਬ ਜਿਹੜਾ ਹੈਗਾ ਕਾਮਰੇਡਾਂ ਨੇ ਉੱਥੇ ਰਾਜ ਕੀਤਾ, ਜਿੱਥੇ 3 ਦਹਾਕੇ ਰਾਜ ਕੀਤਾ ਹੋਵੇ 30 ਸਾਲਾਂ ਤੋਂ ਉੱਪਰ। ਜਿਸ ਸੂਬੇ ਨੇ ਜੋਤੀ ਬਾਸੂ ਵਰਗਾ ਮੁੱਖ ਮੰਤਰੀ ਪੈਦਾ ਕੀਤਾ ਹੋਵੇ ਜੀ, ਅੱਜ ਉੱਥੇ ਉਹਨਾਂ ਦਾ ਇੱਕ ਵੀ ਅਸੈਂਬਲੀ ਦਾ ਮੈਂਬਰ ਨਾ ਰਹੇ। ਇੱਕ ਇਹ ਰਿਕਾਰਡ ਬਣ ਗਿਆ। ਔਰ ਇਹ ਰਿਕਾਰਡ ਬਣਿਆ ਕਿਉਂ? ਇਹ ਰਿਕਾਰਡ ਬਣਨ ਦਾ ਕਾਰਨ ਵੀ ਹੈ, ਮੈਂ ਖੱਬੇ ਪੱਖੀਆਂ ਦੇ ਨਾਲ ਰਿਹਾ, ਮੇਰੀ ਅੱਜ ਵੀ ਵਿਚਾਰਧਾਰਾ ਉਹੀ ਹੈ। ਇਹਦਾ ਕਾਰਨ ਕੀ ਹੈ?
ਇਹਦਾ ਕਾਰਨ ਹੈ ਕਿ ਜਦੋਂ ਤੁਸੀਂ ਆਪਣੀ ਵਿਚਾਰਧਾਰਾ ਛੱਡਤੀ ਜੀ ਜੇ ਅੱਜ ਕਾਂਗਰਸ ਪਾਰਟੀ ਦੀ ਹਾਲਤ ਇਹ ਹੋਈ ਹੈ ਕਾਂਗਰਸ ਪਾਰਟੀ ਦੀ ਹਾਲਤ ਹੋਣ ਦਾ ਕਾਰਨ ਇਹ ਕਿ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਪੰਡਤ ਨਹਿਰੂ ਦੀ ਜਿਹੜੀ ਸਿਆਸੀ ਵਿਰਾਸਤ ਸੀ ਉਹ ਛੱਡਤੀ ਇਹ ਕਮਿਊਨਲਿਜ਼ਮ ਦਾ ਮੁਕਾਬਲਾ ਜਿਹੜਾ ਹੈਗਾ ਲਿਬਰਲ ਕਮਿਊਨਲਿਜ਼ਮ ਨਾਲ ਕਰਨ ਲੱਗ ਗਏ ਗੁਜਰਾਤ ਦੀਆਂ ਇਲੈਕਸ਼ਨਾਂ ਵੇਲੇ ਦੇਖੋ ਤੁਸੀਂ ਕਿਵੇਂ ਸੀ ਰਾਹੁਲ ਗਾਂਧੀ ਉਹ ਜਿਹੜੀ ਹੈਗੀ ਹੈ ਹਿੰਦੂ ਫਿਰਕਾ ਪ੍ਰਸਤੀ ਵਾਲੇ ਮਾਮਲੇ ਕਿਵੇਂ ਪਿਆ ਸੀ ਉਹ ਮੰਦਰਾਂ 'ਚ ਜਾਣ ਲੱਗ ਗਿਆ ਸੀ ਕਿਤੇ ਉਹਨੇ ਜਨੇਊ ਪਾ ਲਿਆ ਕਿਤੇ ਕੁਛ ਕਰ ਲਿਆ ਬਿਲਕੁਲ ਸਹੀ ਗੱਲ ਹਾਂ ਠੀਕ ਇਵੇਂ ਜਿਵੇਂ ਜੇ ਆਪਾਂ ਰਾਹੁਲ ਗਾਂਧੀ ਦੇਖੀਏ ਉਹਦੇ ਰਾਹੁਲ ਗਾਂਧੀ ਦੇ ਪਿਓ ਨੂੰ ਦੇਖੀਏ ਰਾਜੀਵ ਗਾਂਧੀ ਨੇ ਕੌਣ ਸੀ ਜਿਹਨੇ ਸਭ ਤੋਂ ਪਹਿਲਾਂ ਬਾਬਰੀ ਮਸਜਿਦ ਦੇ ਕੁਆਡ ਖਲਵਾਏ ਸੀ ਉਹਨੇ ਖਲਵਾਏ ਸੀ ਜਿਹੜੀ ਸ਼ਾਹਬਾਨੂ ਵਾਲਾ ਕੇਸ ਸੀ ਸੁਪਰੀਮ ਕੋਰਟ ਦੇ ਵਿੱਚੋਂ ਸ਼ਾਹਬਾਨੂ ਇੱਕ ਮਤਲਬ ਜਿਹੜੀ ਹੈਗੀ ਮੁਸਲਿਮ ਔਰਤ ਦੇ ਹੱਕ ਦੇ ਵਿੱਚ ਫੈਸਲਾ ਹੋ ਗਿਆ ਔਰ ਉਹਨੇ ਪਾਰਲੀਮੈਂਟ ਦੇ ਰਾਹੀਂ ਸੁਪਰੀਮ ਕੋਰਟ ਦੇ ਫੈਸਲੇ ਨੂੰ ਬੇਅਸਰ ਕੀਤਾ ਜੀ ਔਰ ਉਹਦੇ ਤੇ ਉਲਟਾਤਾ ਹੁਣ ਤੁਸੀਂ ਦੇਖੋ ਆਪਾਂ ਨਰਿੰਦਰ ਮੋਦੀ ਨੂੰ ਇਹ ਕਹਿ ਦਿੰਦੇ ਨਰਿੰਦਰ ਮੋਦੀ ਨੇ ਕਿਸੇ ਹੱਦ ਤੱਕ ਜੇ ਮੁਸਲਿਮ ਵੋਟ ਆਪਦੀ ਕੱਟੜਤਾ ਨਾਲ ਗਵਾਉਂਦਾ ਹੈ ਤਾਂ ਮੁਸਲਮਾਨਾਂ ਦੇ ਵਿੱਚੋਂ ਜਿਹੜੀ ਉਹਨਾਂ ਦੀ ਔਰਤ ਹੈ ਔਰਤ ਦੀ ਵੋਟ ਨੂੰ ਪ੍ਰਭਾਵਿਤ ਵੀ ਕਰਦਾ ਹੈ ਕਿਉਂਕਿ 3 ਤਲਾਕ ਵਾਲਾ ਮਾਮਲਾ ਹਾਲਾਂਕਿ ਇਹ ਉਹਨਾਂ ਦੇ ਮੁਸਲਿਮ ਪਰਸਨਲ ਲਾ ਤੇ ਆਉਂਦਾ ਹੈ ਪਰ ਅੰਦਰ ਖਾਤੇ ਦਾ ਬਟਨ ਦੱਬ ਸਕਦੀ ਹੈ ਨਾ ਉਹ ਵੀ ਸਾਡੇ ਹੱਕ ਦੀ ਗੱਲ ਕਰਦਾ ਔਰਤਾਂ ਨੂੰ ਇਹ ਤਾਂ ਗੱਲ ਆਉਂਦਾ ਨਾ ਵੀ ਹਾਂ ਗੱਲ ਤਾਂ ਨਹੀਂ ਕੀਤੀ ਤਲਾਕ ਕਹਿ ਕੇ ਸਾਨੂੰ ਮਤਲਬ ਡੰਡੀ ਪਾ ਦਿੰਦੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਦੇ 'ਚ ਕਾਂਗਰਸ ਪਾਰਟੀ ਆਪਣੀ ਵਿਚਾਰਧਾਰਾ ਤੋਂ ਟੁੱਟੀ ਤਾਂ ਅੱਜ ਹਾਲਤਾਂ ਹੋਈ ਹੈ ਕਾਮਰੇਡਾਂ ਦੀ ਵਿਚਾਰਧਾਰਾ ਜਿਹੜੀ ਸੀ ਉਹ ਕਹਿੰਦੇ ਜ਼ਮੀਨ ਹਲਵਾ ਹੱਕ ਦੀ ਜੇ ਅਸੀਂ ਦੇਖੀਏ ਬੰਗਾਲ ਦੇ ਵਿੱਚ ਜ਼ਮੀਨੀ ਸੁਧਾਰ ਲਾਗੂ ਕੀਤੇ ਕੇਰਲਾ 'ਚ ਜ਼ਮੀਨੀ ਸੁਧਾਰ ਲਾਗੂ ਕੀਤੇ ਲੇਕਿਨ ਫਿਰ ਇੱਕ ਸਟੇਜ ਉਹ ਆ ਗਈ ਜੋ ਜੋਤੀ ਬਾਸੂ ਤਾਂ ਰਿਟਾਇਰ ਹੋ ਗਿਆ ਬੁੱਧ ਦੇ ਭੱਟਾਚਾਰੀਆ ਬਣ ਗਿਆ ਮੁੱਖ ਮੰਤਰੀ ਤੇ ਫਿਰ ਉਹ ਹੋ ਗਿਆ ਜੀ ਹਾਂ ਠੀਕ ਹੈ ਸਾਨੂੰ ਤਾਂ ਡਿਵੈਲਪਮੈਂਟ ਚਾਹੀਦੀ ਹੈ ਚੀਨ ਦੀ ਰੀਸ ਕਰਨ ਲੱਗ ਗਏ ਚੀਨ ਤਾਂ ਇੱਕ ਸਾਰਾ ਨੇਸ਼ਨ ਹੈ ਉਹ ਤਾਂ ਦੇਸ਼ ਦੇ ਵਿੱਚ ਉਹਨਾਂ ਦੀ ਹੁਕੂਮਤ ਸੀ ਇੱਕ ਪਾਰਟੀ ਸਿਸਟਮ ਸੀ ਇੱਥੇ ਆ ਕੇ ਉਹਨਾਂ ਨੇ ਕਹਿਤਾ ਜੀ ਅਸੀਂ ਕਾਰਪੋਰੇਟਰਾਂ ਨੂੰ ਦਿੰਦੇ ਹਾਂ ਇੱਥੇ ਕਾਰਾਂ ਦੇ ਕਾਰਖਾਨੇ ਲਾਵਾਂਗੇ ਉਦੋਂ ਨੰਦੀਗ੍ਰਾਮ ਵਾਲਾ ਸੰਗੂਰ ਤੇ ਨੰਦੀਗ੍ਰਾਮ ਦੋਨੇ ਸੀ ਉੱਥੇ ਲਿਆ ਕੇ ਉਹਨਾਂ ਨੇ ਕਾਰਾਂ ਦੇ ਕਾਰਖਾਨੇ ਲਾਏ ਜਿਹੜਾ ਉਹਨਾਂ ਦਾ ਬੇਸ ਸੀ ਬੇਸ ਤਾਂ ਉਹਨਾਂ ਦਾ ਛੋਟਾ ਕਿਸਾਨ ਗਰੀਬ ਕਿਸਾਨ ਤੇ ਮਜ਼ਦੂਰ ਸੀ ਉਹ ਉੱਡ ਗਿਆ ਉਹਨਾਂ ਤੋਂ ਜੋ ਗਰੀਬ ਕਿਸਾਨਾਂ ਤੋਂ ਜ਼ਮੀਨਾਂ ਖੋਹੀਆਂ ਜਾਣ ਲੱਗ ਗਈਆਂ ਤੇ ਮਮਤਾ ਬੈਨਰਜੀ ਤਾਂ ਕਾਂਗਰਸੀ ਹੈ ਇਹਨੇ ਜਾ ਕੇ ਉਹ ਵਿਰਾਸਤ ਜਿਹੜੀ ਹੈਗੀ ਆਓ ਮੈਂ ਤੁਹਾਡੇ ਨਾਲ ਖੜੀ ਹਾਂ ਉਹਨਾਂ ਨੇ ਆਪਣੇ ਪੈਰ ਕੁਹਾੜੀ ਮਾਰ ਲਈ ਜਿਸ ਦਰਖਤ ਦੇ ਜਿਸ ਡਾਹਣੀ ਦੇ ਉੱਤੇ ਬੈਠੇ ਸੀ ਉਹਨੂੰ ਵੱਢਣ ਲੱਗ ਉਹ ਵੱਢ ਕੇ ਡਿੱਗ ਪਏ ਥੱਲੇ ਤੇ ਅੱਜ ਉਹਨਾਂ ਦੀ ਹਾਲਤ ਇਹ ਹੋ ਗਈ ਪਰ ਮਮਤਾ ਬੈਨਰਜੀ ਨੇ ਜਾ ਕੇ ਜਿਹੜਾ ਹੈਗਾ ਉਹ ਖਲਾਸ ਸੀ ਉਹਨੂੰ ਪੂਰਾ ਉਹ ਲੈ ਕੇ ਖੜਾ ਤੇ ਅੱਜ ਉਹ ਤੀਜੀ ਵਾਰੀ ਉਹ ਬਣ ਗਈ 15 ਸਾਲਾਂ ਵਾਸਤੇ ਹੁਣ ਇਹਦੇ ਕੋਲ ਮਤਲਬ ਹੋ ਗਿਆ ਨਾ ਕੰਮ ਹਾਂ ਜੋ ਕਾਮਰੇਡਾਂ ਦੇ ਮੁਕਾਬਲੇ ਹੈਗੀ ਹੁਣ ਇਹ ਕਈ ਚੀਜ਼ਾਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਗਲਤੀਆਂ ਹੁੰਦੀਆਂ ਪਰ ਉੱਥੇ ਕੇਰਲਾ ਦੇ ਵਿੱਚ ਜਿਹੜਾ ਹੈਗਾ ਉਹ ਵੀ ਇੱਕ ਰਿਕਾਰਡ ਬਣੇ 1952 ਤੋਂ ਬਾਅਦ ਕੇਰਲਾ ਦੇ ਵਿੱਚ ਕਦੇ ਕਿਸੇ ਪਾਰਟੀ ਨੇ ਦੂਜੀ ਵਾਰੀ ਨਹੀਂ। ਅੱਛਾ ਢਿੱਲੋਂ ਸਾਹਿਬ ਮੇਰਾ ਇੱਕ ਹੋਰ ਮਨ 'ਚ ਸਵਾਲ ਹੈ ਦੇਖੋ ਹੁਣ ਇਹੀ ਤਾਂ ਚੀਜ਼ਾਂ ਜੇ ਕਿਲ੍ਹਾ ਤੋੜਿਆ ਕਾਮਰੇਡਾਂ ਦਾ ਉਹ ਇੱਕ ਨਵੀਂ ਪਾਰਟੀ ਨੇ ਤੋੜਿਆ ਹਾਂਜੀ ਕਾਂਗਰਸ ਦਾ ਤਾਂ ਉਦੋਂ ਵੀ ਸਿਧਾਰ ਸ਼ੰਕਰ ਇਹ ਹੋਰੀ ਤਾਂ ਫੱਟੀ ਜਿਹੀ ਲਾ ਗਏ ਸੀਗੇ ਠੀਕ ਹੈ ਹੁਣ ਵੀ ਜੇਕਰ ਮਮਤਾ ਦਾ ਕਿਲ੍ਹਾ ਟੁੱਟਦਾ ਹਾਂਜੀ ਤਾਂ ਕੀ ਲੱਗਦਾ ਕਿ ਪਰੰਪਰਾਗਤ ਪਾਰਟੀ ਤੋੜੂ ਜਾਂ ਉੱਥੇ ਵੀ ਕੋਈ ਨਵਾਂ ਇਹੋ ਜਿਹਾ ਕੰਮ ਖੜਾ ਹੋਊਗਾ ਦੇਖੋ ਗੱਲ ਇਹ ਵੀ ਇੱਕ ਭਵਿੱਖ ਦੀ ਗੱਲ ਕਰਨੀ ਪੈ ਰਹੀ ਹੈ ਥੋੜੀ ਜਿਹੀ ਸਪੈਕੂਲੇਸ਼ਨ ਜੀਆਂ ਗੱਲਾਂ ਦੇਖੋ ਗੱਲ ਕਿ ਜਿਹੜੀ ਪਾਰਟੀ ਵੀ ਉੱਥੇ ਮਰੀ ਹੈ ਉੱਥੇ ਪਾਰਟੀ ਨੂੰ ਕਿਸੇ ਨੇ ਬਾਹਰ ਲੈਣੇ ਨਹੀਂ ਮਾਰਿਆ ਉਹ ਪਾਰਟੀ ਆਪਦੀ ਆਪ ਮਰੀ ਹੈ ਕਾਂਗਰਸ ਪਾਰਟੀ ਨੇ ਜਦੋਂ ਹਿੰਸਾ ਦੀ ਰਾਜਨੀਤੀ ਅਪਣਾਈ ਸਿਧਾਰ ਸ਼ੰਕਰ ਦੇ ਜ਼ਮਾਨੇ 'ਚ ਉਹ ਮਾਜੀ ਗਈ ਜਦੋਂ ਹਿੰਸਾ ਦੀ ਰਾਜਨੀਤੀ ਨੂੰ ਕੰਟੀਨਿਊ ਕੀਤਾ ਕਾਮਰੇਡਾਂ ਨੇ ਤੇ ਇੱਕ ਸਟੇਜ ਉਹ ਆ ਗਈ ਉਹ ਮਾਂਜੇ ਗਏ ਕਿਉਂਕਿ ਇਹ ਵੀ ਹਿੰਸਾ ਦੀ ਰਾਜਨੀਤੀ ਸੀ ਜਦੋਂ ਲੋਕਾਂ ਨੇ ਉੱਥੇ ਪੁਰਅਮਨ ਪ੍ਰੋਟੈਸਟ ਕੀਤੇ ਉਹਨਾਂ ਪੁਰਅਮਨ ਪ੍ਰੋਟੈਸਟਾਂ ਨੂੰ ਦਬਾਉਣ ਵਾਸਤੇ ਤੇ ਗੋਲੀ ਵੀ ਚੱਲੀ ਉੱਥੇ ਬੰਦੇ ਵੀ ਮਰੇ ਉਹ ਖਤਮ ਹੋ ਗਏ ਜੇ ਮਮਤਾ ਬੈਨਰਜੀ ਦੀ ਅੱਜ ਹੁਣ ਆਪਾਂ ਦੇਖੀਏ ਕਿ ਕਾਂਗਰਸ ਤੇ ਕਾਮਰੇਡਾਂ ਦਾ ਜਿਹੜਾ ਇੱਕ ਕਾਡਰ ਹੈ ਉਹ ਬੀਜੇਪੀ ਨੂੰ ਸ਼ਿਫਟ ਹੋਏ ਉਹ ਬੀਜੇਪੀ ਨੂੰ ਸ਼ਿਫਟ ਹੋਣ ਦਾ ਮਤਲਬ ਇਹ ਹੈ ਕਿ ਉੱਥੇ ਮਮਤਾ ਬੈਨਰਜੀ ਦੇ ਕਾਡਰ ਨੇ ਉਹਨਾਂ ਦਾ ਵੀ ਕਟਾਪਾ ਚਾੜਿਆ ਉਹ ਤਾਂ ਅੰਡਰਸਟੂਡ ਨਹੀਂ ਸੀ ਜਿਵੇਂ ਆਪਾਂ ਗੱਲ ਕਰਦੇ ਸੀ ਵੀ ਇਹਦੇ ਨਾਲ ਤਾਂ ਉਹ ਆਉਂਦੇ ਨਹੀਂ ਜਿਹਨੂੰ ਖੁੱਲਿਆ ਹੋਵੇ ਉਹ ਕੌਣ ਆਉਂਦਾ ਹੁਣ ਤੁਸੀਂ ਦੇਖੋ ਪੰਜਾਬ ਦੀ ਸਥਿਤੀ ਕੀ ਹੈ ਪੰਜਾਬ ਦੇ ਵਿੱਚ ਵੀ ਪ੍ਰੋਟੈਸਟ ਹੁੰਦੇ ਪੰਜਾਬ ਦੇ ਵਿੱਚ ਜਿੱਦਾਂ ਦੇ ਹੁਣ ਪ੍ਰੋਟੈਸਟ ਹੋਣ ਲੱਗੇ ਹੈ ਅੱਗੇ ਪਹਿਲੀ ਵਾਰੀ ਆਪਾਂ ਦੇਖ ਸਕਦੇ ਹਾਂ ਕਿ ਹੁਣ ਜਦੋਂ ਪਟਿਆਲੇ ਕੈਪਟਨ ਦੇ ਮਹਿਲ ਨੂੰ ਘੇਰਾ ਪਾਇਆ ਕਿਸਾਨਾਂ ਨੇ ਉਦੋਂ ਲਾਠੀਚਾਰਜ ਹੋਇਆ ਬਹੁਤ ਦੇਰ ਬਾਅਦ ਹਾਂ ਬਹੁਤ ਦੇਰ ਬਾਅਦ 307 ਦੇ ਪਰਚੇ ਉੱਤੇ ਹੋ ਗਏ ਉਹਨਾਂ ਦੇ ਖਿਲਾਫ ਲੇਕਿਨ ਗ੍ਰਿਫਤਾਰੀ ਇੱਕ ਨਹੀਂ ਕੀਤੀ ਹਾਲੇ ਤੱਕ ਪਰਚੇ ਜ਼ਰੂਰ ਦਰਜ ਹੋ ਗਏ 4 ਤਾਰੀਖ ਨੂੰ ਕੱਲ੍ਹ ਨੂੰ ਨੈਗੋਸ਼ੀਏਸ਼ਨ ਵਾਸਤੇ ਵੀ ਰੱਖਤੀ ਇਹ ਜਦੋਂ ਅਕਾਲੀਆਂ ਦੇ ਰਾਜ ਦੇ ਵਿੱਚ ਹੁੰਦੀ ਫੜ ਲਓ ਆਪਾਂ ਗੋਬਿੰਦਪੁਰੇ ਵਾਲੇ ਵੇਖਿਆ ਹੀ ਹੈ ਵੀ ਕਿਵੇਂ ਗੋਲੀਆਂ ਚੱਲੀਆਂ ਤੇ ਕਿਵੇਂ ਘੋੜੇ ਚੜਾਏ ਆ ਤੇ ਕਿੰਨੇ ਦਿਨ ਕੰਮ ਚੱਲਿਆ ਕਿਵੇਂ ਆਪਣਾ ਤਾਂ ਹੈੱਡਕੁਆਟਰ ਵੀ ਉੱਥੇ ਬਣਾਉਣੇ ਪਏ ਉੱਥੇ ਹੈੱਡਕੁਆਟਰ ਲੰਬੀ ਦੇਖੋ ਜਿਹੜਾ ਕੁਛ ਹੁੰਦਾ ਰਿਹਾ ਕੀ ਕੁਛ ਹੁੰਦਾ ਰਿਹਾ ਇਹ ਬੜਾ ਫਰਕ ਪੈਂਦਾ ਹੈ ਕਿ ਤੁਸੀਂ ਦੇਖੋ ਇੰਦਰਾ ਗਾਂਧੀ ਨੇ ਐਮਰਜੈਂਸੀ ਲਈ ਐਮਰਜੈਂਸੀ ਦੇ ਵਿੱਚ ਪ੍ਰੋਗਰਾਮ ਚੰਗਾ ਕੰਮ ਬੜਾ ਹੋਇਆ ਲੋਕਾਂ ਨੇ ਐਨ ਸਬਰ ਨਾਲ ਬੈਠੇ ਪਰ ਜਦੋਂ ਉਹਨਾਂ ਨੂੰ ਵੋਟ ਪਾਉਣ ਦਾ ਮੌਕਾ ਮਿਲ ਗਿਆ
ਨਾਲੇ ਪ੍ਰੋ ਪੀਪਲ ਸੀ। ਪ੍ਰੋ ਪੀਪਲ ਸੀ, ਹਾਂ। ਦੇਖੋ ਜੇ ਉਦੋਂ ਰੇਲ ਗੱਡੀਆਂ ਉਦੋਂ ਕਿਵੇਂ ਟਾਈਮ ਨਾਲ ਉਹ ਚੱਲਦੀਆਂ। ਜਿਹੜੀ ਸੀ ਰਾਈਟ ਰਿਐਕਸ਼ਨ ਦੇ ਖਿਲਾਫ, ਲੀਡਰਾਂ ਦੇ ਖਿਲਾਫ ਸੀ। ਹਾਂ ਉਹ ਲੀਡਰ ਫੜੇ ਸੀ, ਆਮ ਲੋਕਾਂ ਤਾਂ ਕੁਝ ਨਹੀਂ ਆਖਿਆ, ਬਸ ਉਹ ਚੀਜ਼ ਮਾਰ ਗਈ ਬੰਸੀ ਲਾਲ ਵਾਲੀ ਵੀ ਆਮ ਲੋਕ ਫੜ ਕੇ ਜਦੋਂ ਨਸਬੰਦੀਆਂ ਕਰਨ ਲੱਗ ਪਏ, ਉਹ ਨੈਗੇਟਿਵ ਗਿਆ, ਉਹ ਨੈਗੇਟਿਵ ਗਿਆ। ਹਾਲਾਂਕਿ ਉਹ ਜੇ ਅੱਜ ਜਿਹੜੇ ਲੋਕ ਉਸ ਵੇਲੇ ਮਰੂਤੀ ਦਾ ਵਿਰੋਧ ਕਰਦੇ ਸੀ, ਸਭ ਤੋਂ ਪਹਿਲਾਂ ਮਰੂਤੀਆਂ ਉਹਨਾਂ ਨੇ ਖਰੀਦੀਆਂ, ਬਿਲਕੁਲ। ਇਸ ਕਰਕੇ ਬੜਾ ਫਰਕ ਪੈਂਦਾ ਹੈ। ਤੇ ਕਰੋਨਾ ਦੀ ਸਥਿਤੀ ਦੇਖੋ ਢਿੱਲੋਂ ਸਾਹਿਬ, 4000 ਦੇ ਕਰੀਬ ਮੌਤਾਂ, ਲਾਕਡਾਊਨ ਕਹਿੰਦੇ ਸੋਲੂਸ਼ਨ ਨਹੀਂ ਹੈ। ਹੁਣ ਇਹ ਨਹੀਂ ਪਤਾ ਪਬਲਿਕ ਜਿਹੜਾ ਆਪਾਂ ਕਹਿੰਦੇ ਕਮਿਊਨਿਟੀ, ਹੁਣ ਤਾਂ ਕਹਿੰਦੇ ਵੀ ਹਵਾ 'ਚ ਹੀ ਤੁਰ ਪਿਆ। ਹੁਣ ਇਹੋ ਜਿਹੀਆਂ ਹੈਰਾਨੀ ਦੀਆਂ ਗੱਲਾਂ ਕਿ ਆਪਣੇ ਪਰਮਿੰਦਰ ਟਿਵਾਣਾ ਜੀ, ਉਹ ਦੱਸੋ ਕਿੰਨਾ ਕੁ ਬਾਹਰ ਨਿਕਲਦੇ। ਹਾਂ ਬਿਲਕੁਲ, ਠੀਕ ਹੈ। ਉਹਨੂੰ ਕਰੋਨਾ ਹੋ ਗਿਆ ਵਿਚਾਰੇ ਨੂੰ। ਮੇਰਾ ਇੱਕ ਕਜ਼ਨ ਆ, ਉਹ ਕਹਿੰਦਾ ਮੈਂ ਤਾਂ ਕਿਤੇ ਗਿਆ ਹੀ ਨਹੀਂ, ਮੈਨੂੰ ਬਾਹਰ ਟੀਕਾ ਲੱਗਿਆ ਸੀ, ਕਹਿੰਦੇ ਤਾਂ ਬਚ ਗਿਆ। ਡਾਕਟਰ ਤਾਂ ਕਹਿੰਦੇ ਜੀ ਹੁਣ ਜੇ ਜਿਹਦੇ ਮਰਜ਼ੀ, ਜਿਹਦਾ ਗਲ ਖਰਾਬ ਆ, ਨਾ ਛਿੱਕ ਆਉਂਦੀ, ਉਹਦੇ ਹੀ ਪਾ ਲਓ ਤੇ ਉਹ ਵੀ ਕਰੋਨਾ ਪੋਜ਼ੀਟਿਵ ਹੈ। ਕਹਿੰਦੇ ਸਥਿਤੀ ਬੜੀ ਨਾਜ਼ੁਕ ਹੋਈ ਪਈ ਹੈ। ਨਹੀਂ, ਇਹੀ ਤਾਂ ਚੀਜ਼ ਹੈ ਨਾ, ਇਹ ਚੀਜ਼ ਹੈ ਤਾਂ ਕੌਣ ਜ਼ਿੰਮੇਵਾਰ ਹੈ? ਇਹਦੇ ਜ਼ਿੰਮੇਵਾਰ ਜਦੋਂ ਅਸੀਂ ਜਿਹੜੀ ਆਪਣੀ ਡਿਊਟੀ ਨਿਭਾਉਣੀ ਸੀ, ਜਦੋਂ ਸਾਨੂੰ ਯੂਨਾਈਟਿਡ ਨੇਸ਼ਨ ਨੇ ਕਿਹਾ ਤੁਸੀਂ ਮਦਦ ਲਓ, ਅਸੀਂ ਰਿਫਿਊਜ਼ ਕਰਤਾ। ਅਸੀਂ ਕਹਤਾ ਸਾਡੀ ਪ੍ਰਣਾਲੀ ਐਡੀ ਮਜ਼ਬੂਤ ਹੈ ਜੀ ਕਿ ਸਾਨੂੰ ਬਾਹਰਲੀ ਮਦਦ ਦੀ ਲੋੜ ਹੀ ਕੋਈ ਨਹੀਂ। ਅਸੀਂ ਤਾਲੀਆਂ ਤੇ ਥਾਲੀਆਂ ਕਾਊਂਟ ਲਾ ਕੇ, ਜਦੋਂ ਇਹ ਤਾਂ ਹੁਣ ਖਬਰਾਂ ਆ ਰਹੀਆਂ ਪੁਣ ਛੜ ਕੇ ਕਿ ਜਿਹੜੇ ਮਾਹਰਾਂ ਨੇ ਕੁਝ ਦਿਨ ਪਹਿਲਾਂ ਦੱਸਿਆ ਸੀ ਕਿ ਬੜਾ ਖਤਰਨਾਕ ਜਿਹੜਾ ਹੈਗਾ ਵਾਇਰਸ ਆ ਰਿਹਾ ਹੈ, ਬਚਾਓ ਇਹਨੂੰ, ਇਹ ਵਾਇਰਸ ਬਹੁਤ ਜਿਹੜਾ ਹੈਗਾ ਇੰਗਲੈਂਡ ਵੇਰੀਐਂਟ ਹੈ, ਇਹ ਤਬਾਹੀ ਕਰ ਦੂਗਾ। ਉਸ ਵੇਲੇ ਮਹਾਰਾਜ ਨੇ ਜਿਹੜੀ ਰਿਪੋਰਟ ਦਿੱਤੀ ਸੀ, ਉਦੋਂ ਵੈਸੇ ਇੱਕ ਚੀਜ਼ ਆਪਾਂ ਗੱਲ ਕਹਿੰਦੇ ਹਾਂ ਕਿ ਮਹਾਰਾਜ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ, ਕਹਿੰਦਾ ਸਾਰਿਆਂ ਨੂੰ ਹੋ ਕੇ ਹਟੂ। ਉਦੋਂ ਲੋਕ ਹੱਸਦੇ ਸੀ ਵੀ ਆਹ ਦੱਸ ਕਿੱਧਰੋਂ ਡਾਕਟਰ ਆ ਗਿਆ। ਬਿਲਕੁਲ ਉਹੀ ਹੈ ਨਾ, ਸਾਰਿਆਂ ਨੂੰ ਹੋਣ ਵਾਲੀ ਗੱਲ ਨਹੀਂ। ਮੈਨੂੰ ਨਾ ਕਈ ਬੰਦਿਆਂ ਦੀ ਗੱਲ ਨਹੀਂ ਸਮਝ ਆਉਂਦੀ ਹੁੰਦੀ, ਜਦੋਂ ਕਿਸੇ ਦਾ ਮਜ਼ਾਕ ਉਡਾਉਣੇ ਆ, ਸਾਨੂੰ ਪਤਾ ਨਹੀਂ ਹੁੰਦਾ ਗੱਲ ਮਜ਼ਾਕ ਉਡਾਉਂਦੇ ਆਪਾਂ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜਦੋਂ ਅਸੀਂ ਖੇਤੀ ਕਰਦੇ ਸੀ, ਕਹਿੰਦੇ ਉਦੋਂ ਕਣਕ ਕਹਿੰਦੇ ਬੰਦੇ ਤੋਂ ਉੱਤੇ ਸੀ, ਪਰ ਜਿਹੜੇ ਹੋਣ ਵਾਲੇ ਮੁੰਡੇ ਉਹ ਹੱਸਦੇ ਆ। ਪਰ ਇਹਨਾਂ ਨੂੰ ਇਹ ਨਹੀਂ ਪਤਾ ਕਿ ਜਦੋਂ ਮੈਕਸੀਕਨ ਕਣਕ ਆਈ ਸੀ, ਉਦੋਂ ਇਹ ਛੋਟੀਆਂ ਹੋਈਆਂ, ਉਦੋਂ ਪਹਿਲਾਂ ਤਾਂ ਵਧੀ ਜਾਂਦੀਆਂ ਸੀ ਜਾਂ ਪਾਉਣੀਆਂ ਹੁੰਦੀ। ਫਾਰਮੀ ਕਣਕ ਹੁੰਦੀ ਸੀ। ਫਾਰਮੀ ਕਣਕ ਜਿਨ੍ਹਾਂ ਨੇ ਵੱਢੀ ਹੈ, ਮੇਰੀ ਵੱਢੀ ਵੀ ਹੈ। ਜਦੋਂ ਫਾਰਮੀ ਕਣਕ ਨੂੰ ਵੱਢਦੇ ਹੁੰਦੇ ਆਪਣੇ ਏਜ ਗਰੁੱਪ ਦੇ ਬੰਦੇ, ਮਤਲਬ ਤੁਸੀਂ ਸੱਜੇ ਹੱਥ ਨਾਲ ਪਦਾਰਥੀ ਪਾਉਣੇ, ਖੱਬੇ ਹੱਥ ਨਾਲ ਰੁੱਗ ਫੜਦੇ ਆ, ਤੁਹਾਡੀ ਬਾਂਹ 'ਚ ਕਰਨਾ ਪੈ ਜਾਂਦਾ ਸੀ, ਇੰਨੀ ਭਾਰੀ ਕਣਕ ਹੁੰਦੀ ਸੀ। ਬਾਂਹ ਦੁਖਣ ਲੱਗ ਜਾਂਦੀ, ਲੰਬੀਆਂ ਹੀ ਹੁੰਦੀਆਂ ਸੀ, ਗਾਹ ਗਾਈ ਜਾਂਦੇ, ਬਸ ਲੰਬੀ ਹੁੰਦੀ ਸੀ। ਹੁਣ ਕਿਹੜੇ ਕੰਬਾਈਨਾਂ ਹੁੰਦੀਆਂ ਸੀ, ਪਹਿਲਾਂ ਗਾਹ ਗਾਉਂਦੇ ਹੁੰਦੇ ਸੀਗੇ, ਬਲਦਾਂ ਦੇ ਨਾਲ ਫਲੇ ਪਾਏ ਹੁੰਦੇ ਸੀ। ਫਿਰ ਆ ਗਏ ਸੀ ਤੁਹਾਡੇ ਉਹ ਕੁੱਤਰੇ ਵਾਲੇ, ਕੱਲੇ ਕੁੱਤਰੇ ਵਾਲੇ ਆ ਗਏ ਸੀ, ਫਿਰ ਉਡਾਉਂਦੇ ਸੀ ਉਹਨਾਂ ਨੂੰ। ਫਿਰ ਉਹ ਥ੍ਰੈਸ਼ਰ ਆ ਗਿਆ ਸੀਗਾ, ਉਹ ਕਰ ਲਿਆ ਸੀ। ਉਹ ਤੋਂ ਬਾਅਦ ਫਿਰ ਜਦੋਂ ਮਤਲਬ ਸਾਡੇ ਇੱਕ ਕ੍ਰਾਈਸਿਸ ਖੜਾ ਹੋ ਗਿਆ ਸੀ, ਜਦੋਂ ਅਨਾਜ ਦਾ ਸੰਕਟ ਪੈਦਾ ਹੋਇਆ। ਅਨਾਜ ਦਾ ਸੰਕਟ ਪੈਦਾ ਹੋਣ ਤੋਂ ਬਾਅਦ ਫਿਰ ਐਗਰੀਕਲਚਰ ਯੂਨੀਵਰਸਿਟੀ ਨੂੰ ਕਿਹਾ ਕਿ ਤੁਸੀਂ ਤੇ ਰਿਸਰਚ ਕਰੋ। ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਾਲਿਆਂ ਨੇ ਫਿਰ ਜਿਹੜੀਆਂ ਹੈਗੀਆਂ ਬਾਹਰਲੀਆਂ ਵੈਰਾਈਟੀਜ਼, ਉਹਨਾਂ ਦੇ ਉੱਤੇ ਰਿਸਰਚ ਕੀਤੀ ਕਿ ਇੰਡੀਆ 'ਚ ਕਿਹੜੀ ਹੈ। ਸ਼ੁਰੂ ਦੇ ਵਿੱਚ ਤਾਂ PB18 ਕਣਕ ਆਈ ਆਪਣੀ, PB18 ਇਹ PB18 ਚੋਂ ਕੱਢ ਕੇ ਫਿਰ ਕਲਿਆਣ ਆ ਗਈ, ਫਿਰ ਕਿੰਨੇ ਕਿਸਮਾਂ ਕਰਦੀਆਂ। ਹੁਣ ਤਾਂ ਨੰਬਰ ਆਉਣ ਲੱਗ ਪਏ। ਹੁਣ ਤਾਂ ਜਿਹੜੀਆਂ ਤੁਹਾਡੀਆਂ ਲੱਖ ਤੋਂ ਨਹੀਂ ਵੱਧਦੀਆਂ, ਬਿਲਕੁਲ। ਮਤਲਬ ਹੈ ਵੀ ਥੱਲੇ ਘੱਟ, ਉੱਪਰ ਬੱਲੀ ਦਾ ਭਾਰ ਜ਼ਿਆਦਾ ਹੁੰਦਾ ਤੇ ਨਾੜ ਦਾ ਤੂੜੀ ਘੱਟ ਹੁੰਦੀ। ਅੱਗੇ ਤਾਂ ਤੂੜੀ ਹੁੰਦਾ ਸੀਗਾ। ਇਹ ਬੜਾ ਕੁਛ ਹੋਏਗਾ ਇਹਦੇ 'ਚ, ਉਹ ਚੀਜ਼ਾਂ ਹੈਗੀਆਂ ਹੁੰਦੇ ਸੀ, ਫਾਰਮੀ ਕਣਕਾਂ ਹੁੰਦੀਆਂ ਸੀ। ਗੱਲ ਇਹ ਵੀ ਗੱਲ ਉਹੀ ਹੈ ਕਿ ਆਪਾਂ ਮਜ਼ਾਕ ਦੀਆਂ ਗੱਲਾਂ ਜਿਹੜੀਆਂ, ਮੇਰੀ ਗੱਲ ਤੋਰਨ ਦਾ ਮਤਲਬ ਇਹ ਸੀ ਵੀ ਉਦੋਂ ਕਹਿੰਦੇ ਸੀ ਵੀ ਸਾਰਿਆਂ ਨੂੰ ਹੋਊ, ਸਥਿਤੀ ਲਗਭਗ ਉਹੋ ਜਿਹੀ ਬਣੀ ਪਈ। ਬਿਲਕੁਲ ਬਠਿੰਡੇ ਦੇ ਵਿੱਚ ਢਿੱਲੋਂ ਸਾਹਿਬ ਮੈਂ ਹੈਰਾਨ ਹੈ ਕਿ ਪਿਛਲੀ ਵਾਰੀ ਆਪਾਂ ਰੌਲਾ ਪਾਇਆ ਕਿ ਜੀ ਵੈਂਟੀਲੇਟਰ ਹੈ ਨਹੀਂ। ਵੈਂਟੀਲੇਟਰ ਦਾ ਮੁੱਲ ਫੇਰ ਵੀ ਨਹੀਂ ਲਿਆ ਕਿਸੇ ਨੇ। ਤੇ ਜਿਹੜੀਆਂ ਗੱਲਾਂ ਮੈਨੂੰ ਅੱਜ ਸਾਹਮਣੇ ਪਤਾ ਚੱਲੀਆਂ ਢਿੱਲੋਂ ਸਾਹਿਬ, ਬਠਿੰਡੇ ਦੇ ਵਿੱਚ ਵੀ ਕਹਿੰਦੇ ਜਾਲੀ ਮਰੀਜ਼ ਪਾ ਕੇ ਰੱਖੇ ਨੇ। ਜਦੋਂ ਕੋਈ ਬਾਹਰੋਂ ਮਰੀਜ਼ ਆਉਂਦਾ ਫਿਰ ਉੱਥੇ ਨੈਗੋਸ਼ੀਏਸ਼ਨ ਹੁੰਦੀ ਹੈ, ਇਹਨੂੰ ਛੁੱਟੀ ਦਿਵਾਉਣ ਦੇ, ਹੋਰ ਦਿਵਾਉਣ ਦੇ। ਫਿਰ ਮਹਿੰਗੇ ਭਾਅ ਜਿਹੜੇ ਹੈਗੇ ਆ ਉਹ ਬੈੱਡ ਦਿੱਤੇ, 3-3 ਲੱਖ ਰੁਪਈਆ, 4-4 ਲੱਖ ਰੁਪਈਆ। ਜਦੋਂ ਮੌਤ ਦਿਖਦੀ ਹੈ ਨਾ ਕਿਸੇ ਨੂੰ, ਆਪਾਂ ਨੂੰ ਪਤਾ ਲੱਗਦਾ ਕਿ ਸਾਡਾ ਪਿਆਰਾ ਬੰਦਾ ਹੁਣ ਵਿਛੜੂਗਾ। ਬੰਦਾ ਧੀ ਵੇਚੇ, ਪੁੱਤ ਵੇਚੇ, ਜਿੰਨਾ ਪੈਸਾ ਲੱਗਦਾ ਇਹਨੂੰ ਬਚਾਓ। ਤੇ ਬਚਾਉਣ ਦਾ ਇੱਕੋ ਹੀ ਢੰਗ ਆ ਹੁਣ ਵੈਂਟੀਲੇਟਰ ਤੇ ਆਕਸੀਜਨ। ਉਹ ਹੁਣ ਹਰ ਥਾਂ ਤੇ ਹੈ ਨਹੀਂ। ਸਾਡੇ ਡਾਕਟਰ ਜਿਹੜੇ ਹੈਗੇ ਇਸ ਵੇਲੇ, ਠੀਕ ਹੈ, ਅਸੀਂ ਡਾਕਟਰਾਂ ਨੂੰ ਇਹਨੂੰ ਰੱਬ ਦਾ ਰੂਪ ਵੀ ਕਹਿੰਦੇ, ਪਰ ਪੈਸੇ ਕਮਾਉਣ ਵਾਸਤੇ ਜਿਹੜਾ ਤਰੀਕਾਕਾਰ ਅਪਣਾਇਆ, ਜਾਲੀ ਜਿਹੜੀ ਹੈਗੀ ਹੈ ਤੁਹਾਡੀ ਐਡਮਿਸ਼ਨ ਦਿਖਾ ਕੇ ਸਾਰਾ ਕੁਝ ਕਹਿੰਦੇ ਜੀ ਭਰਿਆ ਹੋਇਆ। ਬੜਾ ਕੁਛ ਹੋ ਰਿਹਾ, ਬਹੁਤ ਭਿਆਨਕ। ਪਰ ਜੇ ਬੰਦਾ ਦਿੱਲੀੋਂ ਚੱਲਦਾ ਇਹਨਾਂ ਦੇ ਉੱਥੋਂ ਉਹਨਾਂ ਨੂੰ ਐਡਮਿਸ਼ਨ ਵੀ ਹੋ ਜਾਂਦੀ ਹੈ, ਸਾਰਾ ਕੁਝ ਹੋ ਜਾਂਦਾ। ਜ਼ਿਆਦਾਤਰ ਜਿਹੜੀਆਂ ਉਹਨੂੰ ਮੌਤਾਂ ਹੋ ਰਹੀਆਂ, ਉਹ ਦਿੱਲੀ ਬਾਹਰਲੇ ਸੂਬਿਆਂ ਵਾਲਿਆਂ ਦੀ ਹੋ ਰਹੀਆਂ ਤੇ ਕਾਗਜ਼ਾਂ 'ਚ ਪੈ ਰਹੀਆਂ ਪੰਜਾਬ 'ਚ ਰਜਿੰਦਰਾ ਹਸਪੀਟਲ ਦੇ ਵਿੱਚ ਜਿਹੜੇ ਬੰਦੇ ਮੇਰੇ 4 ਸਟੇਟਾਂ ਦੇ ਆਪਣੇ ਬਠਿੰਡੇ ਮਰੇ, ਦਿੱਲੀ ਦੇ ਤੇ ਹੋਰ ਦਿੱਲੀ ਦੇ। ਹਾਂ ਨਾ ਜੀ, ਬਠਿੰਡੇ ਦੇ ਵਿੱਚ ਤਾਂ ਸਥਿਤੀ ਹੈ, ਬਠਿੰਡੇ ਦੇ ਵਿੱਚ ਜਿਹੜੇ ਹੈਗੇ ਆ ਪਰਿਵਾਰ ਆ ਗਏ, ਜਿਹੜਾ ਪੇਸ਼ੈਂਟ ਦਾ ਪਰਿਵਾਰ ਆ ਕੇ ਉਹਨੇ ਕਿਰਾਏ ਤੇ ਮਕਾਨ ਲਏ ਵੇ,
ਪੇਸ਼ੈਂਟ ਨੂੰ ਤਾਂ ਤੁਸੀਂ ਡਾਕਟਰ ਕੋਲੇ ਕਹਿ ਦਿਓ, ਬਾਕੀ ਪਰਿਵਾਰ ਹੈ। ਕਿਉਂਕਿ ਦਿੱਲੀ ਦੇ ਮੁਕਾਬਲੇ ਤਾਂ ਮਤਲਬ ਜਿਹੜਾ ਹੈਗਾ ਇੱਥੇ ਸ਼ੁਰੂ ਦੇ ਵਿੱਚ ਆਪਾਂ ਦੇਖੀਏ ਤਾਂ ਘੱਟ ਸੀਗਾ, ਹੁਣ ਬਠਿੰਡਾ 1 ਨੰਬਰ ਤੇ ਜਾ ਹੁਣ ਰਿਹਾ। ਇਹੀ ਕਾਰਨ, ਕਿਉਂਕਿ ਮੈਂ ਹੁਣ ਲੱਗਿਆ ਹੋਇਆ ਸੀਗਾ ਕਿਸੇ ਵੀ ਹਸਪਤਾਲ ਦੇ ਵਿੱਚ ਆਕਸੀਜਨ ਨਹੀਂ ਮਿਲੀ, ਬੈੱਡ ਨਹੀਂ ਮਿਲਿਆ ਵੈਂਟੀਲੇਟਰ ਵਾਲਾ। ਕੱਲ ਆਪਣੇ ਸੱਜਣ ਮਿੱਤਰ ਨੇ ਮਲੋਟ ਤੋਂ, ਉਹਨਾਂ ਦੇ ਕੀ ਕਹਿੰਦੇ ਬਜ਼ੁਰਗਾਂ ਨੂੰ ਪ੍ਰੋਬਲਮ ਆ ਗਈ, ਨਹੀਂ ਮਿਲਿਆ। ਬਿਲਕੁਲ ਕੀ ਕਰੋਗੇ? ਬਿਲਕੁਲ ਇਹੀ ਬੜੀ ਧਿਆਨ ਵਾਲੀ ਗੱਲ ਰੱਖਣਾ, ਬਹੁਤ ਘਾਤਕ ਦੌਰ ਚ ਜੀ ਘਾਤਕ। ਸੋ ਧੰਨਵਾਦ ਢਿੱਲੋਂ ਸਾਹਿਬ, ਤੁਹਾਡਾ ਸ਼ੁਕਰੀਆ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਬਾਅਦ ਦਸਤੂਰ ਜਾਰੀ ਰਹੇਗਾ ਜੀ। ਡਾਕਟਰ ਸ਼ਿੰਦਰ ਕੌਰ ਹੋਰਾਂ ਨਾਲ ਗੱਲਬਾਤ ਹੋਏਗੀ।